ਕੱਲ੍ਹ ਉਹਨਾਂ ਨੇ ਇੱਕ ਸੰਬੋਧਨ ਕੀਤਾ ਕਿ ਗੁਰਬਾਣੀ ਨੂੰ ਮਾਡਰਨ ਮਸੰਦਾਂ ਤੋਂ ਆਜ਼ਾਦ ਕਰਾਉਣ ਦੀ ਲੋੜ ਆ ਤਾਂ ਮੈਂ ਕਰਾ ਕੇ ਰਹਾਂਗਾ। ਇਸ ਬਿਆਨ ਨੂੰ ਕਿਵੇਂ ਦੇਖਦੇ? ਮਸੰਦ ਤਾਂ ਦੋਨੇ ਪਾਸੇ ਬੈਠੇ ਉਹ ਵੀ ਮਸੰਦਾਂ ਦਾ ਪਾਰਟ ਆ ਜਿਹੜੇ ਕਿ ਇੰਸਪੀਰੇਸ਼ਨ ਕਿਤੋਂ ਲੈ ਰਹੇ ਆ ਭਗਵੰਤ ਮਾਨ। ਕਹਿਣ ਨੂੰ ਜੋ ਮਰਜ਼ੀ ਕਹੀ ਜਾਣ, ਗੁਰੂ ਦਾ ਨਾਮ ਲਈ ਜਾਣ, ਗੁਰਦੁਆਰਿਆਂ ਦਾ ਬਾਣੀ ਦਾ ਰੈਫਰੈਂਸ ਦੇ ਜਾਣ। ਜਿਹੜਾ ਮਸੰਦ ਸ਼ਬਦ ਆ ਇਹ ਕੋਈ ਜਾਤੀ ਕੁਣਵਾ ਸੀ ਕਿ ਜਾਂ ਇੱਕ ਇਸ਼ਾਰਾ ਮਾਤਰ ਇੱਕ ਸੋਚ ਨੂੰ ਸੰਬੋਧਨ ਕੀਤਾ ਗੁਰੂ ਸਾਹਿਬਾਂ ਨੇ? ਮਸੰਦਾਂ ਦੀ ਕੀ ਜ਼ਿੰਮੇਵਾਰੀ ਸੀ ਜੇ ਉਹਦਾ ਇਤਿਹਾਸ ਪੜ੍ਹੀਏ? ਉਹਨਾਂ ਦੀ ਜ਼ਿੰਮੇਵਾਰੀ ਸੀ ਸਿੱਖੀਜ਼ਮ ਦਾ ਪ੍ਰਚਾਰ ਤੇ ਪ੍ਰਸਾਰ ਕਰਨਾ। ਪਰ ਉਹਨਾਂ ਦੇ ਮਤਲਬ ਜੀਵਨ ਦੇ ਵਿੱਚ ਤਾਂ ਕੇਜਰੀਵਾਲ ਦੇ ਪੈਰਾਂ 'ਚ ਰੁਲ ਰਹੇ ਆ ਜਾਂ ਤਾਂ ਗੁਰੂ ਦੇ ਪੈਰਾਂ 'ਚ ਰੁਲ। ਤਾਂ ਪੈਸੇ ਖਾਣ ਕਰਕੇ ਉਹਨਾਂ ਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਕੁਰੀਤੀਆਂ ਆ ਗਈਆਂ। ਜਿਹੜਾ ਕਰਪਸ਼ਨ ਦਾ ਪੈਸਾ ਉਹ ਹੋਰ ਕਿਸੇ ਬਹੁਤ ਸਾਰੀਆਂ ਕੁਰੀਤੀਆਂ ਨੂੰ ਜਨਮ ਦਿੰਦਾ। ਇਹੀ ਗਲਤੀਆਂ ਹੋਈਆਂ ਪ੍ਰਕਾਸ਼ ਸਿੰਘ ਬਾਦਲ ਤੋਂ। ਬਾਬਰ ਨੂੰ ਜਾਬਰ ਕਹਿ ਦਿੱਤਾ, ਨਾਲੇ ਕਿੰਨਾ ਤੂੰ ਤੰਤਰ ਪ੍ਰਚਾਰ ਦਾ ਖੜਾ ਕੀਤਾ ਤੇ ਕੀ ਬਣਾਇਆ ਆਪਣੇ ਆਪ ਨੂੰ। ਉਸ ਤੋਂ ਬਾਅਦ ਕਿਉਂ ਨਹੀਂ ਲੋਕਾਂ ਨੇ ਤੈਨੂੰ ਕਿਉਂ ਨਕਾਰਤਾ? ਐਂਗਲ ਉਸ ਵੇਲੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਸੰਤਾਂ ਔਰ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਵੀ ਸੰਤ ਸਤਿਕਾਰਤੇ ਸੀਗੇ ਬਹੁਤ, ਮਤਲਬ ਉਹਨਾਂ ਦੀ ਸਪਿਰਿਚੁਅਲ ਲੈਵਲ ਸੀ, ਹਾਇਰ ਲੈਵਲ। ਪਰ ਉਹਨਾਂ ਨੇ ਵੀ ਕਦੇ ਪੋਲੀਟੀਕਲ ਗੱਲ ਨਹੀਂ ਕੀਤੀ। ਇਹ ਬਹੁਤ ਵੱਡੀ ਗੱਲ ਹੈ। ਜਿਹੜੇ ਪੁਰਾਣੇ ਅਕਾਲੀ ਹੁੰਦੇ ਸੀ ਉਹਨਾਂ ਕੋਲ ਇੱਕ ਆਪਣੀ ਜੁੱਤੀ ਹੁੰਦੀ ਸੀ, ਦੋ ਕੁੜਤਾ ਪਜਾਮੇ, ਇੱਕ ਧੋ ਲਿਆ ਇੱਕ ਪਾ ਲਿਆ, ਇੱਕ ਧੋ ਲਿਆ ਇੱਕ ਪਾ ਲਿਆ। ਉਹਨੇ ਐਂਬੂਲੈਂਸਿਸ ਤੇ ਵੀ ਆਪਣੀ ਫੋਟੋ ਲਾਤੀ। ਤੂੰ ਕਿਸ ਕਿਸਮ ਦਾ ਸਿੱਖ ਆ? ਜਿਹੜਾ ਅਕਾਲੀ ਦਲ ਜਦੋਂ ਆਪਣੇ ਪ੍ਰਕਾਸ਼ ਸਿੰਘ ਬਾਦਲ ਨੇ ਬਣਾਇਆ ਫਿਰ ਉਸ ਨੂੰ ਪੰਜਾਬੀ ਪਾਰਟੀ 'ਚ ਕਨਵਰਟ ਕਰਤਾ, ਫਿਰ ਅਕਾਲੀ ਦਲ ਤਾਂ ਤੁਹਾਡਾ ਹੈ ਹੀ ਨਹੀਂ। ਤੁਸੀਂ ਕਹਿ ਕੁਛ ਰਹੇ ਹੋ, ਕਰ ਕੁਛ ਰਹੇ। ਜਿੰਨਾ ਮਰਜ਼ੀ ਤੁਸੀਂ ਪ੍ਰਚਾਰ, ਇਸ਼ਤਿਹਾਰ, ਬਿਲਬੋਰਡ, ਰੇਡੀਓ, TV ਚੈਨਲਾਂ ਤੇ ਚਲੇ ਜਾਓ, ਜਿੰਨੇ ਮਰਜ਼ੀ ਜਰਨਲਿਸਟ ਤੁਹਾਡੀ ਵਾਹਵਾ ਕਰ ਦੇਣ, ਕੱਖ ਨਹੀਂ ਅਸਰ ਪਏਗਾ। ਇਹਨਾਂ ਨੇ 20 ਕਰੋੜ ਰੁਪਈਆ ਰੱਖਿਆ ਦਿੱਲੀ ਦੇ ਵਿੱਚ ਵੀ ਅਸੀਂ ਉਹਨਾਂ ਬੱਚਿਆਂ ਨੂੰ ਦੇਵਾਂਗੇ ਗਾਰੰਟੀ ਦੇ ਤੌਰ ਤੇ ਜਿਹੜੇ ਬੱਚੇ ਬਾਹਰ ਜਾ ਕੇ ਐਜੂਕੇਸ਼ਨ ਲੈਣਾ ਚਾਹੁੰਦੇ। ਰਿਜ਼ਲਟ ਕੀ ਨਿਕਲਿਆ? 20 ਕਰੋੜ ਰੁਪਈਆ ਐਡਵਰਟੀਜ਼ਮੈਂਟ ਤੇ ਖਰਚ ਕਰਤਾ, ਇੱਕ ਪੈਸਾ ਕਿਸੇ ਨੂੰ ਗਾਰੰਟੀ ਨਹੀਂ ਦਿੱਤੀ। ਜਿਹੜੇ ਵਿਚਾਰੇ ਉੱਤੇ ਬਾਹਰ ਜਾ ਕੇ ਬੱਚੇ ਪੜ੍ਹਨਾ ਚਾਹੁੰਦੇ ਸੀ ਉਹ ਧਾਲੀਵਾਲ ਵੱਡੀਆਂ ਗੱਲਾਂ ਕਰਦਾ, ਕੱਦ ਕਾਠ 6 ਫੁੱਟ ਮੇਰਾ ਖਿਆਲ 3-4 ਇੰਚ, ਤੇ ਉਹ ਹੁਣ ਉਦੋਂ ਦਾ ਮੂੰਹ ਵੀ ਨਹੀਂ ਖੁੱਲਿਆ। ਤੂੰ ਬੰਦਾ ਕਿਹੋ ਜਿਹਾ ਬੰਦਾ? ਕੀ ਤੇਰਾ ਕਿਰਦਾਰ ਹੈ? ਕੀ ਤੇਰਾ ਕੈਰੈਕਟਰ ਹੈ? ਮੇਰਾ ਮਤਲਬ ਕਹਿਣ ਦਾ ਇਹ ਆ ਵੀ ਤੂੰ ਬੋਲ ਤਾਂ ਸਹੀ, ਜਾਂ ਤਾਂ ਕਹਿ ਉਹ ਤੂੰ ਫਾਰਮੈਲਿਟੀ ਕਰ ਰਿਹਾ, ਤੂੰ ਸਿੱਖ ਨਹੀਂ ਹੈ, ਤੂੰ ਫਾਰਮੈਲਿਟੀ ਕਰ ਰਿਹਾ। ਹਮਾਮ 'ਚ ਸਾਰੇ ਨੰਗੇ ਆ, ਹਮਾਮ ਦੇ ਵਿੱਚ ਸਾਰੇ ਨੰਗੇ ਆ, ਉਹ ਵੀ ਨੰਗੇ ਆ, ਇਹ ਵੀ ਨੰਗੇ ਆ। ਅਸਰ ਤਾਂ ਲੋਕਾਂ ਤੇ ਪੈ ਨਹੀਂ ਰਿਹਾ। ਭਗਵੰਤ ਮਾਨ ਵੀ ਨਹੀਂ ਸਮਝਦਾ। ਉਹ ਇਹ ਸਮਝਦਾ ਵੀ ਵੋਟਾਂ ਕਿਤੇ ਸਾਨੂੰ ਪੈ ਗਈਆਂ। ਵੋਟਾਂ ਤੁਹਾਨੂੰ ਨਹੀਂ ਪਈਆਂ, ਵੋਟਾਂ ਬਾਦਲਾਂ ਤੇ ਕਾਂਗਰਸੀਆਂ ਦੇ ਵਿਰੋਧ 'ਚ ਪਈਆਂ। ਇਹ ਨੈਗੇਟਿਵ ਵੋਟ ਹੈਗੀ ਹੈ। ਔਰ ਅੱਜ ਵੀ ਭਗਵੰਤ ਮਾਨ ਕੇਜਰੀਵਾਲ ਦੇ ਇਸ਼ਾਰੇ ਤੇ ਨੱਚਦਾ, ਸਾਰੀ ਦੁਨੀਆ ਜਾਣਦੀ ਹੈ। ਉਹਦੀ ਆਪਣੀ ਕੋਈ ਔਕਾਤ ਹੀ ਨਹੀਂ। ਚੱਪਲ ਪਾ ਲਈ ਸਸਤੀ ਜੀ 150 ਰੁਪਏ ਦੀ, ਤੋਂ ਉਸ ਤਰ੍ਹਾਂ ਦੇ ਟੁੱਟੇ ਭੱਜੇ ਜਿਹੇ ਕੱਪੜੇ ਪਾ ਲਏ। ਮਤਲਬ ਇਹ ਚੀਜ਼ਾਂ ਜਿਹੜੀਆਂ ਹਮੇਸ਼ਾ ਨਹੀਂ ਰਹਿਣਗੀਆਂ। ਇਸ ਤਰੀਕੇ ਨਾਲ ਲਾਲੈਸਨੈਸ ਹੋਈ ਵੀ ਹੈ ਪੰਜਾਬ ਦੇ ਵਿੱਚ, ਉਸ ਤੇ ਤਾਂ ਠੰਪ ਪਾਓ। ਇਹਨਾਂ ਗੱਲਾਂ ਨਾਲ ਕੀ ਨਿਕਲਣਾ? ਐਵੇਂ ਝੂਠੀਆਂ ਛਾਤੀਆਂ ਪਿੱਟੀ ਜਾਂਦੇ ਹੋ ਚਾਰੇ ਪਾਸੇ ਜਾ ਕੇ। ਅਖੀਰ ਬਾਦਲ ਸਾਹਿਬ ਦਾ ਕੀ ਹੈ? ਤੜਫਦੇ ਗਏ, ਰੋਂਦੇ ਗਏ ਆ, ਪਿੱਟਦੇ ਗਏ। ਸਮਝੇ ਕਿ ਨਹੀਂ? ਕਿਉਂ? ਇੱਕ ਨੌਜਵਾਨ ਮੁੰਡੇ ਤੋਂ 12,000 ਵੋਟਾਂ ਤੇ ਹਾਰ ਗਏ। ਕਲੰਕ ਲਾ ਕੇ ਗਏ ਆਪਣੇ ਆਪ ਦੇ ਉੱਤੇ। ਇਹ ਗੱਲ ਅਸੀਂ ਅਕਸਰ ਸੁਣਦੇ ਆਏ ਹਾਂ ਸਿਆਸਤ ਦੀਆਂ ਸਟੇਜਾਂ ਉੱਤੋਂ ਕਿ ਕੋਈ ਸਮਾਂ ਸੀ ਕਿ ਗੁਰਧਾਮਾਂ ਦੇ ਉੱਤੇ, ਗੁਰਦੁਆਰਿਆਂ ਦੇ ਉੱਤੇ ਮਸੰਦਾਂ ਨੇ ਕਬਜ਼ਾ ਕੀਤਾ ਸੀਗਾ ਅਤੇ ਸਿੱਖਾਂ ਨੇ ਬੜੀ ਜਹਿਦ ਤੋਂ ਬਾਅਦ ਮਸੰਦਾਂ ਤੋਂ ਗੁਰਦੁਆਰੇ ਖਾਲੀ ਕਰਵਾਏ ਸਨ। ਇਸੇ ਸੰਦਰਭ ਵਿੱਚ ਸਿਆਸਤ ਜਿਹੜੀ ਆ ਉਹ ਅੱਜ ਵੀ ਗਰਮਾਈ ਹੋਈ ਆ ਕਿ ਜਿਹੜੇ ਮਸੰਦ ਗੁਰਦੁਆਰਿਆਂ ਤੋਂ ਕੱਢੇ ਸਨ, ਅੱਜ ਉਹੀ ਗੁਰਦੁਆਰਿਆਂ ਦੇ ਵਿੱਚ ਫਿਰ ਕਿਸੇ ਨਾ ਕਿਸੇ ਰੂਪ ਵਿੱਚ ਉਹਨਾਂ ਦੀ ਤਰਜ਼ 'ਤੇ ਮਸੰਦਾਂ ਨੇ ਕਬਜ਼ਾ ਕੀਤਾ ਹੋਇਆ। ਸਰਦਾਰ ਭਗਵੰਤ ਸਿੰਘ ਮਾਨ ਨੇ ਬਾਣੀ ਦੇ ਪ੍ਰਸਾਰਨ ਨੂੰ ਲੈ ਕੇ ਮਾਡਰਨ ਮਸੰਦਾਂ ਦੀ ਗੱਲ ਕੀਤੀ ਆ। ਇਹ ਸਮਝਾਂਗੇ ਕਿ ਉਹਦਾ ਇਸ਼ਾਰਾ ਕਿਹਨਾਂ ਵੱਲ ਨੂੰ ਸੀਗਾ ਅਤੇ ਇਹ ਗੱਲ ਉਹਨਾਂ ਨੇ ਕਿਉਂ ਆਖੀ ਆ। ਪਹਿਲਾਂ ਗੱਲਬਾਤ ਕਰਾਂਗੇ ਕਿ ਜਿਹੜੇ ਸਮਾਂ ਪਹਿਲਾਂ ਗੱਲਾਂ ਹੁੰਦੀਆਂ ਸੀ ਉਹ ਮਸੰਦਾਂ ਨੇ ਗੁਰਦੁਆਰਿਆਂ 'ਤੇ ਕਬਜ਼ਾ ਕਿਵੇਂ ਕੀਤਾ ਸੀ ਅਤੇ ਉਹ ਸਿੱਖਾਂ ਨੇ ਛੁਡਵਾਏ ਕਿਵੇਂ ਸੀ। ਬਾਅਦ 'ਚ ਕਰਾਂਗੇ ਮਾਡਰਨ ਮਸੰਦਾਂ ਦੀ ਗੱਲ। ਸਾਡੇ ਨਾਲ ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਮੌਜੂਦ ਆ, ਉੱਘੇ ਇਤਿਹਾਸਕਾਰ, ਸਿੱਖ ਇਤਿਹਾਸਕ। ਉਹਨਾਂ ਨਾਲ ਕਰਦੇ ਗੱਲਬਾਤ। ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
ਨੈਸ਼ਨਲ ਪੰਜਾਬੀ ਦੇ ਸਰੋਤਿਆਂ ਨੂੰ ਬਹੁਤ ਸਤਿਕਾਰ ਸਹਿਤ, ਪਿਆਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਡਾਕਟਰ ਸਾਹਿਬ, ਅਕਸਰ ਆਪਾਂ ਇਤਿਹਾਸ ਦੇ ਪੰਨੇ ਫੋਲਦੇ ਹਾਂ, ਰਾਗੀ ਢਾਡੀ, ਖਾਸ ਕਰਕੇ ਸਿਆਸਤ ਦੀਆਂ ਸਟੇਜਾਂ ਤੋਂ ਇਹ ਗੱਲ ਅਕਸਰ ਸੁਣਦੇ ਹੁੰਦੇ ਸੀ ਕਿ ਕੁਝ ਸਮਾਂ ਸੀ ਕਿ ਗੁਰਦੁਆਰਾ ਸਾਹਿਬ ਦੀਆਂ ਜਿਹੜੀਆਂ ਸੰਸਥਾਵਾਂ ਸੀ ਉਹਨਾਂ ਤੇ ਮਸੰਦਾਂ ਦਾ ਕਬਜ਼ਾ ਹੋ ਗਿਆ ਸੀ। ਉਹਦੇ ਬਾਰੇ ਥੋੜਾ ਜਿਹਾ ਸਾਨੂੰ ਇਤਿਹਾਸ ਦੱਸੋ, ਬਾਕੀ ਆਪਾਂ ਬਾਅਦ ਚ ਆਨੇ। ਦੇਖੋ, ਇਹ ਚੀਜ਼ ਜਦੋਂ ਸਿੱਖੀਜ਼ਮ ਐਸਟੈਬਲਿਸ਼ ਹੋਇਆ ਜੀ, ਚੌਥੇ ਪੰਜਵੇਂ ਗੁਰੂ ਸਾਹਿਬਾਨ ਦੇ ਪੀਰੀਅਡ ਤੋਂ ਚੱਲੀ ਆ ਰਹੀ ਹੈ ਜੀ, ਵੀ ਇਸ ਕਿਸਮ ਦੇ ਕੁਝ ਐਲੀਮੈਂਟਸ ਜਿਹੜੇ ਸਿਰਫ ਲਾਲਚ ਦੀ ਬੁਨਿਆਦ ਦੇ ਉੱਤੇ ਗੁਰਦੁਆਰਿਆਂ ਤੇ ਕਾਬਜ਼ ਹੋਣ ਲੱਗ ਗਏ। ਬੀੜ ਸਾਹਿਬ ਜਿਹੜੀ ਬੀੜ ਮਤਲਬ ਸੁਸ਼ੋਭਿਤ ਕੀਤੀ ਗਈ ਪੰਜਵੇਂ ਪਾਤਸ਼ਾਹ ਨੇ, ਮਤਲਬ ਲਿਆ ਕੇ ਦਰਬਾਰ ਸਾਹਿਬ ਜੇ ਸੁਸ਼ੋਭਿਤ ਕੀਤੀ, ਉਸ ਬੀੜ ਦੇ ਉੱਤੇ ਵੀ ਬੜੇ ਮਤਲਬ ਇਸ ਕਿਸਮ ਦੀਆਂ ਚਰਚਾ ਹੋਣ ਲੱਗ ਗਈਆਂ ਵੀ ਕੌਣ ਕਿਹਦੇ ਪੋਜੈਸ਼ਨ 'ਚ ਹੋਣੀ ਚਾਹੀਦੀ ਹੈ। ਤੋਂ 10ਵੇਂ ਪਾਤਸ਼ਾਹ ਨੇ ਸ਼ੁਰੂ ਦੇ ਵਿੱਚ ਇੱਕ ਚੀਜ਼ ਐਸਟੈਬਲਿਸ਼ ਕੀਤੀ ਜਿਹੜੀ ਬਹੁਤ ਇੰਪੋਰਟੈਂਟ ਆ, ਹਮੇਸ਼ਾ ਲਈ ਇੰਪੋਰਟੈਂਟ ਆ, ਪਹਿਲਾਂ ਵੀ ਇੰਪੋਰਟੈਂਟ ਸੀ, ਅੱਜ ਵੀ ਉਨੀ ਇੰਪੋਰਟੈਂਟ ਆ, ਫਿਊਚਰ 'ਚ ਵੀ ਉਨੀ ਇੰਪੋਰਟੈਂਟ ਹੋਏਗੀ। ਮਹਾਰਾਜ ਨੇ ਕਿਹਾ ਵੀ ਸਿੱਖਾਂ ਦੇ 3 ਦੁਸ਼ਮਣ ਹਮੇਸ਼ਾ ਰਹੇ ਔਰ ਉਹਨਾਂ ਨੂੰ ਤਿੰਨਾਂ ਦੁਸ਼ਮਣਾਂ ਨੂੰ ਮਤਲਬ ਉਹਨਾਂ ਨੂੰ ਮਾਰਕ ਕਰਨਾ ਚਾਹੀਦਾ ਔਰ ਮਾਰਕ ਕਰਨ ਤੋਂ ਬਾਅਦ ਉਹਨਾਂ ਦੇ ਵਿਰੁੱਧ ਲੜਾਈ ਛੇੜਨੀ ਚਾਹੀਦੀ ਹੈ, ਜਦੋਜਹਿਦ ਕਰਨੀ ਚਾਹੀਦੀ। ਪਹਿਲਾ ਉਹਨਾਂ ਨੇ ਕਿਹਾ ਮਸੰਦ ਆ, ਕਿਉਂਕਿ ਮਸੰਦ ਤੁਹਾਡੇ ਵਿੱਚ ਹੀ ਬੈਠੇ ਆ, ਉਹੀ ਉਹਨਾਂ ਦਾ ਪਹਿਰਾਵਾ, ਉਹੀ ਉਸੇ ਕਿਸਮ ਦੀ ਉਹ ਗੱਲ ਕਰਦੇ ਆ, ਪਰ ਉਹਨਾਂ ਅੰਦਰੋਂ ਕੁਝ ਹੋਰ ਆ, ਬਾਹਰੋਂ ਕੁਝ ਹੋਰ ਹੈਗੇ ਉਹ। ਤੋਂ ਮਹਾਰਾਜ ਨੇ ਕਿਹਾ ਵੀ ਪਹਿਲਾਂ ਪੰਥ ਨੂੰ, ਔਰ ਉਹਨਾਂ ਨੇ ਆਪ ਵੀ ਪੰਥ ਦੇ ਅੱਗੇ ਇੱਕ ਨਿਸ਼ਾਨਾ ਰੱਖਿਆ ਕਿ ਮੇਰੀ ਲੜਾਈ ਸਭ ਤੋਂ ਪਹਿਲਾਂ ਮਸੰਦਾਂ ਨਾਲ ਆ। ਮਸੰਦ ਸਭ ਤੋਂ ਘਾਤਕ ਆ ਕਿਉਂਕਿ ਵਿੱਚ ਬੈਠਾ, ਜਿਵੇਂ ਕੋਈ ਕੈਂਸਰ ਹੋਵੇ, ਵਿੱਚ ਬੈਠਾ ਕੈਂਸਰ ਆ, ਕੈਂਸਰ ਨੂੰ ਮਤਲਬ ਲੜਨਾ ਬਹੁਤ ਔਖਾ ਹੋ ਜਾਂਦਾ। ਤੋਂ ਵਿੱਚ ਬੈਠੇ ਦੁਸ਼ਮਣ ਨਾਲ ਤੁਹਾਨੂੰ ਲੜਨਾ ਬਹੁਤ ਹੀ ਮੁਸ਼ਕਿਲ ਹੁੰਦਾ। ਤੋਂ ਮਹਾਰਾਜ ਨੇ ਕਿਹਾ 10ਵੇਂ ਪਾਤਸ਼ਾਹ ਨੇ, ਪਹਿਲਾ ਦੁਸ਼ਮਣ ਤੁਹਾਡਾ ਮਸੰਦ ਆ। ਪਹਿਲਾਂ ਵੀ ਸੀ, ਗੁਰੂਆਂ ਵੇਲੇ ਵੀ ਸੀ, ਤੋਂ ਗੁਰੂਆਂ ਤੋਂ ਬਾਅਦ ਵੀ ਅੱਜ ਵੀ ਉਸੇ ਤਰੀਕੇ ਨਾਲ ਬਾਕਾਇਦਾ ਉਹ ਬੈਠੇ ਆ। ਉਹਨਾਂ ਦੇ ਖਿਲਾਫ ਫਿਰ ਬਾਹਰਲੀਆਂ ਸ਼ਕਤੀਆਂ, ਹਿੰਦੂ ਹਿਲ ਰਾਜੇ, ਦੂਜੇ ਦੁਸ਼ਮਣ ਤੁਹਾਡੇ ਹਿੰਦੂ ਹਿਲ ਰਾਜੇ, ਉਹਨਾਂ ਦੇ ਖਿਲਾਫ ਤੁਸੀਂ ਲੜਨਾ। ਫਿਰ ਤੁਸੀਂ ਉਸ ਵੇਲੇ ਦੀ ਜਿਹੜੀ ਸਲਤਨਤ ਹੈਗੀ ਹੈ, ਮੁਗਲ ਸਲਤਨਤ ਸੀ, ਅੱਜ ਜਿਹੜੀ ਆ ਤੁਹਾਨੂੰ ਪਤਾ ਇੰਡੀਅਨ ਸਟੇਟ ਆ, ਉਸ ਦੇ ਰੂਪ ਦੇ ਵਿੱਚ ਆ ਗਈ ਆ, ਤਾਂ ਉਸ ਦੇ ਵਿਰੁੱਧ ਵਿੱਚ ਵੀ ਤੁਸੀਂ ਲੜਨਾ ਹੈਗਾ। ਬਹੁਤ ਵੱਡਾ ਇੱਕ ਪੈਮਾਨਾ ਦੇਤਾ, ਬਹੁਤ ਵੱਡਾ ਇੱਕ ਪ੍ਰੋਗਰਾਮ ਦੇਤਾ ਕਿ ਇਹ ਤੁਹਾਡੇ 3 ਦੁਸ਼ਮਣ ਆ, ਇਹ ਲਗਾਤਾਰ ਇਹ ਤੁਹਾਡਾ ਵਿਰੋਧ ਕਰਨਗੇ ਔਰ ਤੁਹਾਨੂੰ ਟਾਰਪੀਡੋ ਕਰਨਗੇ, ਤੁਹਾਨੂੰ ਡਿਸਮੈਂਟਲ ਕਰਨਗੇ ਸਿੱਖੀਜ਼ਮ। ਤੋਂ ਇਹ ਚੱਕਰ ਹੈ। ਇੱਕ ਥੋੜਾ ਜਿਹਾ ਹੋਰ ਐਲੈਬੋਰੇਟ ਕਰਿਓ, ਜਿਹੜਾ ਮਸੰਦ ਸ਼ਬਦ ਆ, ਇਹ ਕੋਈ ਜਾਤੀ ਕੁਣਵਾ ਸੀ ਕਿ ਜਾਂ ਇੱਕ ਇਸ਼ਾਰਾ ਮਾਤਰ, ਇੱਕ ਸੋਚ ਨੂੰ ਸੰਬੋਧਨ ਕੀਤਾ ਗੁਰੂ ਸਾਹਿਬਾਂ ਨੇ? ਇਹ ਦੇਖੋ, ਮਸੰਦ ਜਿਹੜੇ ਸੀ ਸ਼ੁਰੂਆਤ ਦੇ ਵਿੱਚ ਤਾਂ ਗੁਰਦੁਆਰੇ ਜਦੋਂ ਸਿੱਖੀਜ਼ਮ ਦਾ ਫੈਲਾਅ ਹੋਇਆ, ਪੰਜਵੇਂ ਪਾਤਸ਼ਾਹ ਤੋਂ ਬਾਅਦ ਬਹੁਤ ਜ਼ਿਆਦਾ, ਗੁਰੂ ਨਾਨਕ ਮਹਾਰਾਜ ਤੋਂ ਬਾਅਦ ਵੀ ਸ਼ੁਰੂ ਹੋਇਆ, ਤਾਂ ਉਹ ਜਦੋਂ ਬਹੁਤ ਸਾਰਾ ਫੈਲਾਅ ਹੋਇਆ ਤਾਂ ਗੁਰੂ ਤਾਂ ਹਰ ਜਗ੍ਹਾ ਜਾ ਨਹੀਂ ਸੀ ਸਕਦਾ ਪਰਸਨਲ ਲੈਵਲ ਤੇ। ਪਹਿਲਾਂ ਮੰਜੀ ਸਿਸਟਮ ਚੱਲਿਆ, ਫਿਰ ਮਸੰਦ ਸਿਸਟਮ ਚੱਲਿਆ। ਮੰਜੀ ਸਿਸਟਮ ਖਤਮ ਕੀਤਾ, ਉਹਦੇ 'ਚ ਵੀ ਕਰਪਸ਼ਨ ਆ ਗਈ, ਉਹਦੇ 'ਚ ਵੀ ਸਵਾਰਥ ਆ ਗਿਆ, ਉਹਦੇ 'ਚ ਵੀ ਪਰਿਵਾਰਵਾਦ ਆ ਗਿਆ। ਫਿਰ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਵੀ ਮਸੰਦ ਅਪਾਇੰਟ ਕਰ ਦਿਓ। ਮਸੰਦਾਂ ਦੀ ਕੀ ਜ਼ਿੰਮੇਵਾਰੀ ਸੀ? ਜੇ ਉਹਦਾ ਇਤਿਹਾਸ ਪੜ੍ਹੀਏ, ਉਹਨਾਂ ਦੀ ਜ਼ਿੰਮੇਵਾਰੀ ਸੀ ਸਿੱਖੀਜ਼ਮ ਦਾ ਪ੍ਰਚਾਰ ਤੇ ਪ੍ਰਸਾਰ ਕਰਨਾ। ਜਿਹੜੇ ਮਸੰਦ ਅੱਡ-ਅੱਡ ਜਗ੍ਹਾ ਅਪਾਇੰਟ ਕੀਤੇ ਗੁਰੂਆਂ ਨੇ ਆਪ, ਤਾਂ ਉਹਨਾਂ ਦਾ ਉਸ ਖਿੱਤੇ ਦੇ ਵਿੱਚ, ਜਿਸ ਤਰ੍ਹਾਂ ਸਰਕਾਰ ਚੱਲਦੀ ਆ, ਉਹਨਾਂ ਦੇ ਪ੍ਰੋਵਿੰਸਿਸ ਹੁੰਦੇ ਆ, ਉਹਨਾਂ ਦੇ ਡਿਸਟ੍ਰਿਕਟ ਹੁੰਦੇ ਆ, ਉਹਨਾਂ ਦੇ ਮਤਲਬ ਤਹਿਸੀਲਾਂ ਹੁੰਦੀਆਂ, ਉਹਨਾਂ ਦੇ ਪਿੰਡ ਹੁੰਦੇ, ਇਸ ਤਰ੍ਹਾਂ ਉਹਨਾਂ ਨੇ ਵੀ ਆਪਣਾ ਜਿਹੜਾ ਸਪਿਰਿਚੁਅਲ ਇੰਪਾਇਰ ਸੀ। ਮੰਜੀ ਸਿਸਟਮ ਪਹਿਲਾਂ ਸਪਿਰਿਚੁਅਲ ਇੰਪਾਇਰ ਦੇ ਜਿਹੜੇ 22 ਜਿਹੜੀਆਂ ਡਿਵੀਜ਼ਨ ਸੀਗੀਆਂ ਮੁਗਲ ਇੰਪਾਇਰ ਦੇ ਵਿੱਚ, 22 ਮੰਜੀਆਂ ਮਹਾਰਾਜ ਨੇ ਐਸਟੈਬਲਿਸ਼ ਕੀਤੀਆਂ। ਤੋਂ ਇਸੇ ਤਰੀਕੇ ਨਾਲ ਫਿਰ ਜਦੋਂ ਮੰਜੀ ਸਿਸਟਮ ਕਰਪਟ ਹੋ ਗਿਆ, ਡਿਸਓਨੈਸਟ ਹੋ ਗਿਆ, ਸੈਲਫਿਸ਼ ਹੋ ਗਏ, ਪਰਿਵਾਰਵਾਦੀ ਹੋ ਗਏ, ਮਹਾਰਾਜ ਨੇ ਉਹਨੂੰ ਖਤਮ ਕੀਤਾ ਮੰਜੀ ਸਿਸਟਮ। ਫਿਰ ਉਹਨਾਂ ਨੇ ਇੱਕ ਹੋਰ ਬਦਲ ਲੈ ਕੇ ਆਏ ਵੀ ਭਾਈ ਇੱਥੇ ਮਸੰਦ ਸਿਸਟਮ ਲੈ ਕੇ, ਕਿਉਂਕਿ ਸਿੱਖੀ ਦਾ ਪ੍ਰਚਾਰ ਤਾਂ ਕਰਨਾ, ਦੂਰ ਦਰਾਡੇ ਗੁਰੂ ਪਰਸਨਲ ਲੈਵਲ ਤੇ ਤਾਂ ਹਰ ਜਗ੍ਹਾ ਜਾ ਨਹੀਂ ਸਕਦਾ। ਜਿਉਂ ਐਕਸਪੈਂਡ ਹੋਈ ਸਿੱਖੀਜ਼ਮ, ਦੂਰ ਦਰਾਡੇ ਗਈ, ਤਾਂ ਉਹਨਾਂ ਨੇ ਨੈਚੁਰਲੀ ਆਪਣੇ ਨੁਮਾਇੰਦੇ, ਨੋਮੀਨੀਜ਼ ਅਪਾਇੰਟ ਕਰਤੇ। ਜਿਹਦਾ ਮਤਲਬ ਇੱਕ ਅਹੁਦੇ ਦਾ ਜਾਂ ਇੱਕ ਪੋਸਟ ਦਾ ਨਾਂ ਸੀ ਇਹ? ਹਾਂ, ਪੋਜੀਸ਼ਨ ਦਾ ਨਾਮ, ਪੋਜੀਸ਼ਨ ਦਾ ਨਾਮ। ਉਹਨਾਂ ਨੂੰ ਹੁਣ
ਸਿੱਖੀਜ਼ਮ ਦੇ ਵਿੱਚ ਦਸਵੰਧ ਲੈਣਾ, ਜੀ ਦਸਵੰਧ ਕੋਈ ਚੀਜ਼ ਵੀ ਕਿਸੇ ਸਿਸਟਮ ਦੇ ਵਿੱਚ ਪੈਸੇ ਤੋਂ ਬਗੈਰ ਚੱਲ ਨਹੀਂ ਸਕਦੀ, ਸਾਧਨ ਚਾਹੀਦੇ ਤੁਹਾਨੂੰ। ਜੀ ਜੀ ਤੋ ਸਾਧਨ ਜਦੋਂ ਲੈਣ ਲਈ ਮਹਾਰਾਜ ਨੇ ਕਿਹਾ ਵੀ ਆਪਣੀ ਦਸਾਂ ਨੌਹਾਂ ਦੀ ਕਮਾਈ ਦੇ ਵਿੱਚੋਂ ਦਸਵੰਧ ਤੁਸੀਂ ਪੰਥ ਦੇ ਲੇਖੇ ਲਾਉਣਾ, ਜੀ ਕੌਮ ਦੇ ਲੇਖੇ ਲਾਉਣਾ, ਸਮਝੇ ਜੀ। ਉਹ ਦਸਵੰਧ ਮਤਲਬ ਕੱਲਾ ਗੁਰੂ ਤਾਂ ਹਰ ਜਗ੍ਹਾ ਜਾ ਕੇ ਇਕੱਠਾ ਨਹੀਂ ਨਾ ਕਰ ਸਕਦਾ ਕੱਲੇ ਕੱਲੇ ਬੰਦੇ ਤੋਂ। ਜੀ ਉਹ ਮਸੰਦ ਆਪਣੇ ਆਪਣੇ ਏਰੀਏ ਦੇ ਵਿੱਚ ਜੀ ਔਨ ਬਿਹਾਫ ਆਫ ਦੀ ਗੁਰੂ, ਔਨ ਦੀ ਨੇਮ ਆਫ ਦੀ ਗੁਰੂ, ਜੀ ਰੱਬ ਗੁਰੂ ਦੇ ਨਾਂ ਦੇ ਉੱਤੇ, ਗੁਰੂ ਦੇ ਮਤਲਬ ਰਿਪਰੈਜ਼ੈਂਟੇਟਿਵ ਬਣ ਕੇ ਉਹ ਇਕੱਠਾ ਉਸ ਕਰਦੇ ਰੁਤਬੇ ਨੇ। 'ਚ ਰਹਿ ਕੇ। ਜਦੋਂ ਕਿਸੇ ਚੀਜ਼ 'ਚ ਪੈਸਾ ਆ ਜਾਂਦਾ, ਜੀ ਉਸ ਦੇ ਵਿੱਚ ਕਈ ਕਿਸਮ ਦੀਆਂ ਕੁਰੀਤੀਆਂ ਵੀ ਆ ਜਾਂਦੀਆਂ, ਜੀ ਕਈ ਕਿਸਮ ਦੇ ਵੈਸਟਡ ਇੰਟਰਸਟ, ਸੈਲਫਿਸ਼ ਇੰਟਰਸਟ ਵੀ ਆ ਜਾਂਦੇ ਆ। ਤਾਂ ਉਹ ਜਿਹੜੇ ਮਸੰਦ ਸੀ ਫਿਰ ਹੌਲੀ ਹੌਲੀ ਉਹ ਮਤਲਬ ਜਿਵੇਂ ਕਹਿੰਦੇ ਨਾ ਵੀ ਜਿਹੜਾ ਕੋਣਾ ਉਹ ਮਤਲਬ ਲੱਗ ਗਿਆ ਸਿੱਖੀ ਨੂੰ, ਜੀ ਉਹ ਆਪਣਾ ਕਰਤੱਵ ਭੁੱਲ ਕੇ ਜੀ ਇਮਾਨਦਾਰੀ ਨੂੰ ਪਰੇ ਰੱਖ ਕੇ ਉਹ ਉਸ ਦਸਵੰਧ ਦੇ ਵਿੱਚੋਂ ਪੈਸੇ ਖਾਣ ਲੱਗ ਗਏ। ਜੀ ਤਾਂ ਪੈਸੇ ਖਾਣ ਕਰਕੇ ਉਹਨਾਂ ਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਕੁਰੀਤੀਆਂ ਆ ਗਈਆਂ। ਜੀ ਜਿਹੜਾ ਕਰਪਸ਼ਨ ਦਾ ਪੈਸਾ ਉਹ ਹੋਰ ਕਿਸੇ ਬਹੁਤ ਸਾਰੀਆਂ ਕੁਰੀਤੀਆਂ ਨੂੰ ਜਨਮ ਦਿੰਦਾ। ਜੀ ਜਿਹੜਾ ਦਸਾਂ ਨੌਹਾਂ ਦੀ ਕਮਾਈ ਦਾ ਪੈਸਾ ਉਹ ਇਸ ਕਿਸਮ ਦੀ ਚੀਜ਼ 'ਚ ਮਹਾਰਾਜ ਨੇ ਤਾਂ ਪਹਿਲੇ ਪਾਤਸ਼ਾਹ ਨੇ ਤਾਂ ਸਿੱਧਾ ਕਿਹਾ ਨਾ, ਭਾਈ ਲਾਲੋ ਤੇ ਦੇ ਸਮਝ ਮਤਲਬ ਸਾਹਮਣੇ ਰੱਖਤੀ ਗੱਲ ਜੀ ਵੀ ਮੈਂ ਪੈਸਾ ਉਸ ਬੰਦੇ ਦੇ ਭੋਜਨ ਨਹੀਂ ਛਕਣਾ ਜੀ ਜਿਹੜਾ ਬੰਦਾ ਮਤਲਬ ਕਰਪਸ਼ਨ ਦੇ ਉੱਤੇ ਆਧਾਰਿਤ ਆ, ਜਿਹੜਾ ਲੋਕਾਂ ਦਾ ਖੂਨ ਚੂਸਦਾ, ਜਿਹੜਾ ਇਮਾਨਦਾਰ ਲੋਕਾਂ ਦੇ ਨਾਲ ਕੰਟੈਕਟ ਨਹੀਂ ਰੱਖਦਾ। ਮੈਂ ਤਾਂ ਗਰੀਬ ਆਦਮੀ ਜਿਹੜੇ ਕਿਰਤੀ ਲੋਕ ਆ ਜੀ ਉਹਨਾਂ ਨਾਲ ਮੇਰਾ ਪਿਆਰ ਤੇ ਸਤਿਕਾਰ ਆ, ਮੈਂ ਤਾਂ ਉਹਦੇ ਘਰ ਸੁੱਕੀ ਰੋਟੀ ਖਾ ਕੇ ਖੁਸ਼ ਆ, ਜੀ ਸਮਝੇ ਜੀ। ਤੋ ਤਿੰਨ ਚੀਜ਼ਾਂ ਹੈਗੀਆਂ ਨੇ ਕਾਰਡੀਨਲ ਪ੍ਰਿੰਸੀਪਲਸ ਉਹਨਾਂ ਨੂੰ ਕਹਿੰਦੇ ਆ ਅੰਗਰੇਜ਼ੀ ਦੇ ਵਿੱਚ। ਜੀ ਇੱਕ ਤਾਂ ਹੈਗੀ ਆ ਸਭ ਤੋਂ ਪਹਿਲਾਂ ਕਿਰਤ ਕਰੋ, ਜੀ ਦੂਸਰੀ ਆ ਵੀ ਵੰਡ ਛਕੋ, ਜੀ ਕਿਰਤ ਕਰਕੇ ਵੰਡ ਛਕਣਾ, ਤੇ ਨਾਲ ਹੀ ਨਾਮ ਵੀ ਜਪਣਾ। ਜੀ ਇਹ ਤਿੰਨ ਕਾਰਡੀਨਲ ਪ੍ਰਿੰਸੀਪਲਸ ਆ ਜਿਹੜੇ ਸਿੱਖੀ ਦੇ ਮਤਲਬ ਪਿਲਰਸ ਹੈਗੇ। ਜੀ ਤੋ ਅੱਜ ਕੀ ਹੋ ਰਿਹਾ ਸਾਰੀ ਦੁਨੀਆ ਦੇ ਵਿੱਚ ਕਿ ਸਾਨੂੰ ਕਿਰਤ ਤੋਂ ਲਾਂਭੇ ਕੀਤਾ ਜਾ ਰਿਹਾ। ਜੀ ਸਾਰੀਆਂ ਸਰਕਾਰਾਂ ਜਿਹੜੀਆਂ ਮੌਜੂਦਾ ਸਰਕਾਰਾਂ, ਚਾਹੇ ਪਿਛਲੀ ਬਾਦਲ ਦੀ ਸਰਕਾਰ ਲੈ ਲਓ, ਚਾਹੇ ਅਮਰਿੰਦਰ ਸਿੰਘ ਦੀ ਸਰਕਾਰ ਲੈ ਲਓ, ਚਾਹੇ ਅੱਜ ਦੀ ਆ ਜਿਹੜਾ ਆਪ ਦੀ ਸਰਕਾਰ ਆ ਭਗਵੰਤ ਮਾਨ ਦੀ ਸਰਕਾਰ ਆ, ਫ੍ਰੀ ਬੀਜ਼ ਉਹਨੂੰ ਅੰਗਰੇਜ਼ੀ 'ਚ ਕਹਿੰਦੇ ਆ ਵੀ ਲਓ ਜੀ ਤੁਹਾਨੂੰ ਰਾਸ਼ਨ ਅਸੀਂ ਫ੍ਰੀ ਦੇ ਰਹੇ ਹਾਂ, ਲਓ ਜੀ ਤੁਹਾਨੂੰ ਇੰਨੇ ਯੂਨਿਟ ਬਿਜਲੀ ਦੇ ਫ੍ਰੀ ਦੇ ਰਹੇ ਹਾਂ, ਲਓ ਜੀ ਇੰਨੀ ਤੁਹਾਨੂੰ ਅਸੀਂ ਫ੍ਰੀ ਪੈਨਸ਼ਨ ਦੇ ਰਹੇ ਹਾਂ। ਪਰ ਪੈਨਸ਼ਨ ਅਰਨਡ ਹੁੰਦੀ ਆ। ਹੁਣ ਮੈਂ ਪੈਨਸ਼ਨ ਲੈਣਾ, ਮੈਂ 30-35 ਸਾਲ ਕੰਮ ਕੀਤਾ ਯੂਨੀਵਰਸਿਟੀ ਦੇ ਵਿੱਚ, ਜੀ ਉਹਨਾਂ ਦੇ ਮੁਤਾਬਕ ਉਹਨਾਂ ਦੀ ਸੇਵਾ ਕੀਤੀ ਆ, ਉਹ ਸੇਵਾ ਤੋਂ ਬਾਅਦ ਉਹਨਾਂ ਨੇ ਮੈਨੂੰ ਪੈਨਸ਼ਨ ਦਿੱਤੀ ਆ ਫॉर ਮਾਈ ਵਰਕ, ਦਾਨ ਨਹੀਂ ਦਿੱਤਾ। ਪਰ ਅੱਜ ਕੀ ਹੋ ਰਿਹਾ, ਅੱਜ ਇਹ ਹੋ ਰਿਹਾ ਕਿਰਤ ਨੂੰ ਛੱਡ ਕੇ ਜੀ ਲੋਕਾਂ ਨੂੰ ਉਹਨਾਂ ਦਾ ਸਵਾਇਮਾਨ ਤੋੜ ਕੇ, ਜੀ ਤੁਸੀਂ ਕਿਰਤ ਉਹਨਾਂ ਨੂੰ ਦੇ ਨਹੀਂ ਰਹੇ, ਉਹਨਾਂ ਦਾ ਸਵਾਇਮਾਨ ਤੋੜ ਕੇ, ਜਿਹੜਾ ਸਵਾਇਮਾਨ ਗੁਰੂ ਨੇ ਦਿੱਤਾ, ਜਿਹੜੀ ਕਿਰਤ ਦੀ ਬਹੁਤ ਬੜੀ ਮਹਾਨਤਾ ਮਹਾਰਾਜ ਨੇ ਸਿੱਖੀਜ਼ਮ ਦੇ ਵਿੱਚ ਬਖਸ਼ੀ ਆ, ਉਸ ਨੂੰ ਛੱਡ ਕੇ ਤੁਸੀਂ ਮਤਲਬ ਉਹਨਾਂ ਨੂੰ ਇਸ ਕਿਸਮ ਦਾ ਉਹਨਾਂ ਦਾ ਸਵਾਇਮਾਨ ਖਤਮ ਕਰਕੇ ਇਹ ਉਹਨਾਂ ਨੂੰ ਭਿਖਾਰੀ ਬਣਾ ਰਹੇ। ਬਹੁਤ ਬੁਰੇ। ਇਹ ਜਿਹੜੀ ਆਪਾਂ ਮਸੰਦ ਜਿਹੜੀ ਦੀ ਗੱਲ ਚੱਲ ਰਹੀ, ਇਹ ਕਿਹੜੀ ਗੁਰੂ ਸਾਹਿਬਾਨ ਵੇਲੇ ਸ਼ੁਰੂ ਹੋਈ ਸੀ ਤੇ ਫਿਰ ਕਦੋਂ ਜਾ ਕੇ ਫਿਰ ਇਹ ਖਤਮ ਹੋਇਆ? ਨਹੀਂ, ਖਤਮ ਤਾਂ ਦੇਖੋ ਮੇਰੀ ਗੱਲ ਸੁਣੋ, ਉਹ ਤਾਂ ਮਹਾਰਾਜ 10ਵੇਂ ਪਾਤਸ਼ਾਹ ਨੇ ਖਤਮ ਕੀਤੀ ਨਾ। ਉਹ ਇੱਕ ਸਿੰਬੋਲਿਕ ਗੱਲ ਹੈ ਵੀ ਕੜਾਹੇ 'ਚ ਪਾ ਕੇ ਤੇਲ ਉਹਨਾਂ ਨੂੰ ਸਾੜਿਆ, ਮਤਲਬ ਉਹਦਾ ਇੱਕ ਸਿੰਬੋਲਿਕ ਗੱਲ ਹੈਗੀ। ਪਰ ਉਹਨਾਂ ਨੇ ਉਹ ਇੰਸਟੀਟਿਊਸ਼ਨ ਨੂੰ ਖਤਮ ਕੀਤਾ, ਸ਼ੁਰੂ ਗੁਰੂ ਅਰਜਨ ਦੇਵ ਮਹਾਰਾਜ ਤੋਂ ਹੋਇਆ, 5ਵੇਂ ਪਾਤਸ਼ਾਹ ਤੋਂ ਹੋਇਆ। ਤੋ ਉਹ ਮਤਲਬ ਸ਼ੁਰੂ ਹੋਇਆ, ਪਹਿਲਾਂ ਤਾਂ ਯੂਜ਼ਫੁਲ ਵੀ ਸੀ ਕਿਉਂਕਿ ਤੁਸੀਂ ਇੱਕ ਇਸ ਕਿਸਮ ਦਾ ਪੰਥ ਬਿਲਡ ਸਟਰਕਚਰ ਖੜਾ ਕਰਨਾ ਜਿਹਦੇ 'ਚ ਮਹਾਰਾਜ ਕਹਿੰਦੇ ਸੀ, 5ਵੇਂ ਪਾਤਸ਼ਾਹ ਨੇ ਹੁਕਮਨਾਮੇ ਜਾਰੀ ਕੀਤੇ ਵੀ ਤੁਸੀਂ ਮੈਨੂੰ ਜਿਹੜੀ ਭੇਟਾ ਲਿਆਉਣੀ ਆ ਉਹ ਘੋੜਿਆਂ ਦੀ ਭੇਟਾ ਲੈ ਕੇ ਆਓ, ਕਿਉਂਕਿ ਹਾਲਾਤਾਂ ਦੇ ਮੁਤਾਬਕ ਸਮਝੇ ਸਰਕਮਸਟੈਂਸ਼ੀਅਲ ਜਿਹੜੀਆਂ ਚੀਜ਼ਾਂ ਸੀ ਉਹ ਬਦਲਦੀਆਂ। ਤਾਂ ਬਦਲਣ ਦੇ ਮੁਤਾਬਕ ਮਹਾਰਾਜ ਨੇ ਕਿਹਾ ਮੇਰੇ ਲਈ ਮਤਲਬ ਹੋਰ ਚੀਜ਼ਾਂ ਲਿਆਉਣ ਦੀ ਬਜਾਏ ਮੈਨੂੰ ਇਸ ਵੇਲੇ ਘੋੜਿਆਂ ਦੀ ਜ਼ਰੂਰਤ ਆ। ਦੂਰ ਜਾਓ ਅਰਬ ਦੇ ਮੁਲਕਾਂ ਦੇ ਵਿੱਚ ਜਿੱਥੇ ਅੱਛੀ ਕੁਆਲਿਟੀ ਦੇ ਘੋੜੇ ਜਿਹੜੇ ਲੜਾਈ ਦੇ ਮੈਦਾਨ ਦੇ ਵਿੱਚ ਕੰਮ ਆ ਸਕਦੇ ਆ, ਉਹ ਮਹਾਰਾਜ ਨੇ ਹੁਕਮਨਾਮਾ 5ਵੇਂ ਪਾਤਸ਼ਾਹ ਨੇ ਜਾਰੀ ਕੀਤਾ ਸੀ ਵੀ ਮੇਰੇ ਕੋਲ ਜੇ ਤੁਸੀਂ ਭੇਟਾ ਲੈ ਕੇ ਆਉਣੀ ਆ, ਮੈਨੂੰ ਘੋੜਿਆਂ ਦੀ ਭੇਟਾ ਲੈ ਕੇ ਆਓ, ਮੈਨੂੰ ਘੋੜਿਆਂ ਦੀ, ਕਿਉਂਕਿ ਮਹਾਰਾਜ ਨੂੰ ਪਤਾ ਸੀ ਕਿ ਹਾਲਾਤ ਸਿਆਸੀ ਤੌਰ ਤੇ ਬਦਲ ਚੁੱਕੇ ਆ ਔਰ ਬਹੁਤ ਭਾਰੀ ਸੰਕਟ ਪੰਥ ਦੇ ਉੱਤੇ ਆਉਣ ਵਾਲਾ। ਇਹ 5ਵੀਂ ਪਾਤਸ਼ਾਹੀ ਵੇਲੇ ਕਿ 6ਵੀਂ ਵੇਲੇ? ਇਹੀ ਤਾਂ ਗਲਤੀ ਹੈ, ਬਹੁਤ ਸਾਰੇ ਲੋਕਾਂ ਨੂੰ ਭੁਲੇਖਾ ਪੈਂਦਾ। 6ਵੇਂ ਪਾਤਸ਼ਾਹ ਇਹ ਹੁਕਮਨਾਮਾ 5ਵੇਂ ਪਾਤਸ਼ਾਹ ਦਾ,
ਪਰ ਬਹੁਤੇ ਲੋਕ ਇਹ ਸਮਝਦੇ ਆ ਕਿਉਂਕਿ ਪੰਜਵੇਂ ਪਾਤਸ਼ਾਹ ਨੇ ਕੋਈ ਲੜਾਈ ਨਹੀਂ ਲੜੀ, ਉਹ ਇਹ ਸਮਝਦੇ ਆ ਵੀ ਛੇਵੇਂ ਪਾਤਸ਼ਾਹ ਦਾ ਹੁਕਮਨਾਮਾ, ਇਹ ਪੰਜਵੇਂ ਪਾਤਸ਼ਾਹ ਦਾ ਹੁਕਮਨਾਮਾ। ਪਰ ਫਿਰ ਵੀ ਆਪਾਂ ਮੰਨਦੇ ਉਹਨੂੰ ਸ਼ਾਂਤੀ ਦੇ ਪੁੰਜ ਆ। ਨਹੀਂ, ਸ਼ਾਂਤੀ ਕੋਈ ਚੀਜ਼ ਨਹੀਂ ਹੈ, ਸ਼ਾਂਤੀ ਕੋਈ ਚੀਜ਼ ਨਹੀਂ ਹੈ। ਇਹ ਤਾਂ ਗੁਰੂ ਨਾਨਕ ਮਹਾਰਾਜ ਨੇ ਸਿੱਧੇ ਤੌਰ ਤੇ ਜਦੋਂ ਅੱਖ ਨਾਲ ਅੱਖ ਮਿਲਾ ਕੇ ਬਾਬਰ ਨੂੰ ਜਾਬਰ ਕਹਿ ਦਿੱਤਾ, ਪਹਿਲਾ ਇੱਕ ਮਤਲਬ ਜਿਹਨੂੰ ਸਪਿਰਿਚੁਅਲ ਲੀਡਰ ਕਹਿੰਦੇ ਹੋ ਇੰਡੀਆ ਦੇ ਇਤਿਹਾਸ ਦੇ ਵਿੱਚ, ਮੈਂ ਕਹਿੰਦਾ ਵਰਲਡ ਦੇ ਇਤਿਹਾਸ ਦੇ ਵਿੱਚ ਇੱਕ ਸਪਿਰਿਚੁਅਲ ਲੀਡਰ ਹੋਇਆ ਜਿਹਨੇ ਐਡੇ ਵੱਡੇ ਲੈਵਲ ਤੇ ਪੋਲੀਟੀਕਲ ਲੈਵਲ ਦੇ ਉੱਤੇ ਕਨਫਰੰਟੇਸ਼ਨ ਕੀਤੀ ਹੈ। ਮਾਈਟੀਐਸਟ ਆਫ ਦੀ ਮਾਈਟੀ ਜਿਹੜਾ ਉਸ ਵੇਲੇ ਦਾ ਰੂਲਰ ਸੀ ਬਾਬਰ, ਉਸ ਮਤਲਬ ਉਸ ਵੇਲੇ ਸਾਊਥ ਈਸਟ ਏਸ਼ੀਆ ਦਾ ਸਭ ਤੋਂ ਤਾਕਤਵਰ ਰੂਲਰ ਸੀ, ਸਮਝੇ ਕਿ ਨਹੀਂ। ਉਸ ਨੂੰ ਸਿੱਧੇ ਤੌਰ ਤੇ ਕਿਹਾ ਬਾਬਰ ਇੱਕ ਜਾਬਰ ਹੈ, ਬਾਬਰ ਇੱਕ ਜ਼ੁਲਮ ਕਰ ਰਿਹਾ, ਅਤਿਆਚਾਰ ਕਰ ਰਿਹਾ, ਨਿਹੱਥੇ ਲੋਕਾਂ ਤੇ ਕਰ ਰਿਹਾ, ਰੱਬ ਨੂੰ ਵੀ ਮਿਹਣਾ ਮਾਰਿਆ ਮਹਾਰਾਜ ਨੇ। ਤੋਂ ਮੇਰਾ ਮਤਲਬ ਕਹਿਣ ਦਾ ਇਹ ਆ ਕਿ ਸੀਡਸ ਆਫ ਰੈਵੋਲੂਸ਼ਨ ਜਿਹੜੇ ਹੈਗੇ ਆ ਉਹ ਬੀਜ ਦਿੱਤੇ ਸੀ ਗੁਰੂ ਨਾਨਕ ਮਹਾਰਾਜ ਨੇ ਆਪਣੀ, ਉਹਨਾਂ ਦੀ ਇਕੱਲੀ ਇੱਕ ਬਾਣੀ ਆ। ਤੁਸੀਂ ਦੂਸਰੇ ਭਗਤਾਂ ਦੀ ਬਾਣੀ, ਮੈਨੂੰ ਉਹਨਾਂ ਨੂੰ ਨਕਾਰ ਨਹੀਂ ਰਿਹਾ, ਜਿਹੜੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਭਗਤਾਂ ਦੀ ਬਾਣੀ ਆ ਸਤਿਕਾਰ ਹੀ ਆਊਗਾ, ਪਰ ਉਸ ਬਾਣੀ ਦੇ ਵਿੱਚ ਕਿਤੇ ਵੀ ਤੁਸੀਂ ਮਤਲਬ ਪੋਲੀਟੀਕਲ ਐਂਗਲ ਨਹੀਂ ਦੇਖੋਗੇ ਸਿਰਫ ਤੇ ਸਿਰਫ। ਜੇ ਪੋਲੀਟੀਕਲ ਐਂਗਲ ਉਸ ਵੇਲੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਸੰਤਾਂ ਔਰ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਵੀ ਸੰਤ ਸਤਿਕਾਰ ਤੇ ਸੀਗੇ, ਬਹੁਤ ਮਤਲਬ ਉਹਨਾਂ ਦੀ ਸਪਿਰਿਚੁਅਲ ਲੈਵਲ ਸੀ, ਹਾਇਰ ਲੈਵਲ, ਪਰ ਉਹਨਾਂ ਨੇ ਵੀ ਕਦੇ ਪੋਲੀਟੀਕਲ ਗੱਲ ਨਹੀਂ ਕੀਤੀ। ਇਹ ਬਹੁਤ ਵੱਡੀ ਗੱਲ ਹੈ, ਜਿਹੜੀ ਕ੍ਰਾਂਤੀਕਾਰੀ ਗੁਰੂ ਨਾਨਕ ਮਹਾਰਾਜ ਨੇ ਗੱਲ ਕੀਤੀ ਹੈ। ਔਰ ਉਹਦੇ ਵਿੱਚ ਜੇ ਮੈਂ ਉਹਨੂੰ ਇੰਗਲਿਸ਼ ਟ੍ਰਾਂਸਲੇਸ਼ਨ ਕਰਾਂ, ਯੂਜ਼ ਆਫ ਫੋਰਸ ਫॉर ਰਾਈਟਸ ਕਾਜ਼ਸ, ਮਤਲਬ ਜਿਹੜੀ ਤਾਕਤ ਦਾ ਇਸਤੇਮਾਲ ਕਰਨਾ ਚੰਗੇ ਰਾਈਟਸ ਕਾਜ਼ਸ ਦੇ ਲਈ, ਜਿਹੜੇ ਬਹੁਤ ਵਧੀਆ ਮਤਲਬ ਕਾਜ਼ ਆ, ਉਹਦੇ ਲਈ ਜੇ ਤੁਸੀਂ ਆਪਣੀ ਤਾਕਤ ਦਾ ਇਸਤੇਮਾਲ ਕਰ ਸਕਦੇ ਹੋ, ਕਰੋ, ਜ਼ਰੂਰ ਕਰਨਾ ਚਾਹੀਦਾ। ਕਿਉਂਕਿ ਤਾਕਤ ਤੋਂ ਬਗੈਰ ਮਹਾਰਾਜ ਨਾਲ ਇੱਕ ਬਹੁਤ ਵੱਡੀ ਗੱਲ ਹੈ ਨਾ, ਹੁਣ ਇਹ ਗੱਲ ਪਤਾ ਨਹੀਂ ਬਾਹਰ ਨਾ ਕਾਫੀ ਦੂਰ ਚਲੀ ਜਾਏਗੀ। ਈਵਲ ਜਿਹੜਾ ਹੈਗਾ ਨਾ, ਮਹਾਰਾਜ ਗੁਰੂ ਨਾਨਕ ਮਹਾਰਾਜ ਦੀ ਵਿਜ਼ਨ ਸੀ ਕਿ ਈਵਲ ਹਮੇਸ਼ਾ ਐਗਜ਼ਿਸਟ ਕਰੇਗਾ ਸੋਸਾਇਟੀ 'ਚ। ਜਿਹੜਾ ਲੋਕ ਮੱਠਾਂ ਤੇ ਚਲੇ ਜਾਂਦੇ ਆ, ਜੰਗਲਾਂ ਚਲੇ ਜਾਂਦੇ ਆ, ਦੁਨੀਆ ਨੂੰ ਤਿਆਗ ਦਿੰਦੇ ਆ, ਉੱਥੇ ਤਾਂ ਈਵਲ ਹੈ ਹੀ ਨਹੀਂ। ਈਵਲ ਤਾਂ ਪਿਆ ਸਮਾਜ ਦੇ ਵਿੱਚ, ਉਹਨਾਂ ਨੇ ਤਾਂ ਮਿਹਣਾ ਮਾਰਿਆ ਨਾ, ਮਿਹਣਾ ਮਾਰਿਆ ਐਸੈਟਿਸਿਜ਼ਮ ਦੇ ਖਿਲਾਫ, ਮੋਨਾਸਟਿਸਿਜ਼ਮ ਦੇ ਖਿਲਾਫ। ਤਾਂ ਉਸ ਦੇ ਵਿੱਚ ਮਹਾਰਾਜ ਨੇ ਕਿਹਾ ਵੀ ਜਿਹੜਾ ਈਵਲ ਤਾਂ ਇੱਥੇ ਐਗਜ਼ਿਸਟ ਕਰ ਰਿਹਾ, ਤੇ ਤੁਸੀਂ ਪਹਾੜਾਂ ਦੇ ਵਿੱਚ ਕੀ ਕਰੀ ਜਾਂਦੇ ਹੋ। ਜਿਹੜੇ ਉਸ ਵੇਲੇ ਦੇ ਸੰਤ ਮਹਾਤਮਾ ਪਹਾੜਾਂ 'ਚ ਭੱਜ ਜਾਂਦੇ ਸੀ ਡਰਦੇ, ਤਾਂ ਮਹਾਰਾਜ ਨੇ ਕਿਹਾ ਇਸ ਸਮਾਜ ਦੇ ਵਿੱਚ ਰਹਿ ਕੇ ਈਵਲ ਦੇ ਵਿਰੁੱਧ ਜੱਦੋ ਜਹਿਦ ਕਰਨੀ ਹੈ, ਲੜਨੀ ਹੈ, ਔਰ ਜਿਹੜਾ ਲਤਾੜਿਆ ਹੋਇਆ ਸਮਾਜ ਆ ਉਸ ਦੀ ਤੁਸੀਂ ਮਤਲਬ ਰਾਖੀ ਕਰਨੀ ਆ, ਉਸ ਦੇ ਹੱਕ ਦੇ ਵਿੱਚ ਖੜੇ ਹੋਣਾ। ਡਾਕਟਰ ਸਾਹਿਬ ਹੁਣ ਆਉਣੇ ਆ ਆਪਾਂ ਇਤਿਹਾਸ ਤੋਂ ਅਜੋਕੇ ਸਮੇਂ ਤੇ। ਭਗਵੰਤ ਸਿੰਘ ਮਾਨ ਪੰਜਾਬ ਦੇ ਮੁੱਖ ਮੰਤਰੀ ਪਿਛਲੇ 2-4 ਦਿਨ ਤੋਂ ਪੋਲੀਟੀਕਲ ਤੌਰ ਤੇ ਦੂਜੀਆਂ ਪਾਰਟੀਆਂ ਦੇ ਨਾਲ ਉਲਝੇ ਹੋਏ ਨੇ ਕਿ ਬੜੇ ਲੰਬੇ ਸਮੇਂ ਤੋਂ ਇੱਕ ਆਮ ਲੋਕਾਂ ਦੀ ਮੰਗ ਵੀ ਸੀਗੀ ਤੇ ਚਰਚਾ ਦਾ ਵਿਸ਼ਾ ਸੀਗਾ ਕਿ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਦੀ ਜਿਹੜੀ ਬਾਣੀ ਆ, ਸ਼੍ਰੀ ਹਰਿਮੰਦਰ ਸਾਹਿਬ ਦੀ ਉੱਥੇ ਦਰਬਾਰ ਸਾਹਿਬ ਤੋਂ ਜਿਹੜੀ ਆਉਂਦੀ ਆ, ਵੀ ਉਹ ਕਿਸੇ ਇੱਕ ਹੀ ਨਿੱਜੀ ਚੈਨਲ ਨੂੰ ਕਿਉਂ ਉਸਦੇ ਰਾਈਟਸ ਨੇ, ਹੱਕ ਨੇ। ਤੇ ਉਹਨਾਂ ਨੇ ਕੋਸ਼ਿਸ਼ ਕੀਤੀ ਵੀ ਅਸੀਂ ਕਾਨੂੰਨ ਲਿਆਵਾਂਗੇ। ਹੁਣ ਉਹ ਕਾਨੂੰਨ ਚੱਲਦਾ ਨਹੀਂ ਬਣਦਾ, ਸਫਲ ਹੁੰਦਾ, ਉਹ ਇੱਕ ਅਲੱਗ ਪੋਲੀਟੀਕਲ ਵਿਸ਼ਾ। ਗੱਲ ਉਹਨਾਂ ਨੇ ਇੱਕ ਸੰਬੋਧਨ ਕੀਤਾ ਕਿ ਗੁਰਬਾਣੀ ਨੂੰ ਮਾਡਰਨ ਮਸੰਦਾਂ ਤੋਂ ਆਜ਼ਾਦ ਕਰਾਉਣ ਦੀ ਲੋੜ ਆ ਤੇ ਮੈਂ ਕਰਾ ਕੇ ਰਹਾਂਗਾ। ਇਸ ਬਿਆਨ ਨੂੰ ਕਿਵੇਂ ਦੇਖੋ, ਹੁਣ ਕੀ ਕਹਾ ਉਹਨਾਂ ਨੂੰ, ਮਸੰਦ ਤਾਂ ਦੋਨੇ ਪਾਸੇ ਬੈਠੇ ਆ, ਉਹ ਵੀ ਮਸੰਦਾਂ ਦਾ ਪਾਰਟ ਆ, ਜਿਹੜੇ ਕਿ ਇੰਸਪੀਰੇਸ਼ਨ ਕਿਤੋਂ ਲੈ ਰਹੇ ਆ। ਭਗਵੰਤ ਮਾਨ ਕਹਿਣ ਨੂੰ ਜੋ ਮਰਜ਼ੀ ਕਹੀ ਜਾਣ, ਗੁਰੂ ਦਾ ਨਾਮ ਲਈ ਜਾਣ, ਗੁਰਦੁਆਰਿਆਂ ਦਾ ਬਾਣੀ ਦਾ ਰੈਫਰੈਂਸ ਦੇਈ ਜਾਣ, ਉਹ ਤਾਂ ਇੰਸਪੀਰੇਸ਼ਨ ਕੇਜਰੀਵਾਲ ਤੋਂ ਲੈਂਦੇ। ਕੇਜਰੀਵਾਲ ਹੀ ਉਹਨਾਂ ਦਾ ਬਿਓ ਆਈਡੀਅਲ ਅੰਗਰੇਜ਼ੀ 'ਚ ਕਹਿੰਦੇ ਆ, ਜਿੱਤੋਂ ਸਾਰਾ ਮਤਲਬ ਉਹਨਾਂ ਦੇ ਪੈਰੀ ਵੀ ਹੱਥ ਲਾਉਂਦੇ ਆ, ਕਿਸ ਤਰੀਕੇ ਨਾਲ ਉਹਨਾਂ ਦੇ ਪੈਰਾਂ 'ਚ ਗਿਰਦੇ, ਉਹ ਤਾਂ ਫੋਟੋਆਂ ਵੀ ਮਤਲਬ ਦੇਖੀਆਂ। ਤੋ ਮੇਰਾ ਮਤਲਬ ਕਹਿਣਾ ਤੇ ਕਰਨੀ ਤੇ ਕਥਨੀ ਦੇ ਵਿੱਚ ਥੋੜਾ ਜਿਹਾ ਮਤਲਬ ਅੰਤਰ ਆ, ਸਮਝ ਗਏ ਕਿ ਨਹੀਂ। ਤੋ ਜੇ ਤਾਂ ਉਹ ਮਤਲਬ ਇਹ ਜੋ ਉਹ ਕਹਿ ਰਹੇ ਆ, ਜੇ ਉਹ ਕਰ ਰਹੇ ਆ ਉਹੀ ਚੀਜ਼, ਉਸ ਦੀ ਰਿਸਪੈਕਟ ਹੋਏਗੀ। ਜੇ ਉਹ ਕਹਿ ਕੁਛ ਰਹੇ ਆ, ਕਰ ਕੁਛ ਰਹੇ ਆ, then it is a fraud which is playing with the people, ਸਮਝੇ ਕਿ ਨਹੀਂ। ਤੋ ਇਹੀ ਤਾਂ ਸਭ ਤੋਂ ਵੱਡੀ ਗੱਲ ਆ। ਹੁਣ ਜੇ ਆਪਾਂ ਕਹੀਏ ਕਿ ਗੁਰੂ ਨਾਨਕ ਮਹਾਰਾਜ, ਦੂਸਰੇ ਗੁਰੂ ਸਾਹਿਬਾਨ ਆ ਜਿਹੜੇ,
ਉਹਨਾਂ ਦਾ ਜੋ ਗੱਲ ਕਹਿੰਦੇ ਸੀ, ਪ੍ਰਭਾਵ ਕਿਉਂ ਪੈਂਦਾ ਸੀ? ਜੀ ਕਿਉਂ ਪੈਂਦਾ ਸੀ ਪ੍ਰਭਾਵ? ਇਸ ਕਰਕੇ ਪੈਂਦਾ ਸੀ ਕਿ ਜੋ ਕਹਿੰਦੇ ਸੀ ਉਹ ਉਹਨਾਂ ਦਾ ਜੀਵਨ ਸੀ, ਉਹ ਜੀਵਨ ਨੂੰ ਟਰਾਂਸਲੇਟ ਕਰਕੇ ਬੋਲਦੇ ਸੀਗੇ। ਜੀ ਅੱਜ ਕੀ ਪ੍ਰਭਾਵ, ਕਿੱਡੇ ਬੜੇ ਬੜੇ ਸਪੀਕਰ ਆ, ਉਹਨਾਂ ਦਾ ਪ੍ਰਭਾਵ ਕਿਉਂ ਨਹੀਂ ਪੈਂਦਾ? ਇਸ ਕਰਕੇ ਨਹੀਂ ਪੈਂਦਾ ਕਿ ਉਹ ਜੋ ਕੁਝ ਕਹਿੰਦੇ ਆ ਉਹਨਾਂ ਦਾ ਜੀਵਨ ਨਹੀਂ ਹੈ। ਭਗਵੰਤ ਮਾਨ ਜੋ ਕੁਝ ਕਹਿ ਰਿਹਾ, ਜੇ ਉਹਦਾ ਜੀਵਨ ਉਸ ਤਰ੍ਹਾਂ ਹੋਏਗਾ ਤਾਂ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਬਹੁਤ ਵੱਡੀ ਖੜੀ ਹੋਏਗੀ ਭਾਵਨਾ ਉਹਨਾਂ ਲਈ। ਪਰ ਉਹਨਾਂ ਦੇ ਜੀਵਨ ਦੇ ਵਿੱਚ ਤਾਂ ਕੇਜਰੀਵਾਲ ਦੇ ਪੈਰਾਂ 'ਚ ਰੁਲ ਰਹੇ ਹੈ, ਜਾਂ ਤਾਂ ਗੁਰੂ ਦੇ ਪੈਰਾਂ 'ਚ ਰੁਲਣ, ਗੁਰੂ ਦੇ ਪੈਰਾਂ 'ਚ ਰੁਲਣ, ਗੁਰੂ ਨੂੰ ਸਮਰਪਿਤ ਹੋਣ, ਸਮਝੇ ਨਹੀਂ, ਬਜਾਏ ਕੇਜਰੀਵਾਲ ਨੂੰ ਸਮਰਪਿਤ ਹੋਣ ਤੋਂ। ਤੋ ਮੇਰਾ ਫਿਰ ਜੋ ਪ੍ਰਚਾਰ ਕਰ ਰਹੇ ਆ, ਕਿੰਨਾ ਵੱਡਾ ਤੰਤਰ ਪ੍ਰਚਾਰ ਦਾ, ਅਰਬਾਂ ਖਰਬਾਂ ਰੁਪਈਆ ਲੋਕਾਂ ਦੀ ਖੂਨ ਪਸੀਨੇ ਦੀ ਕਮਾਈ, ਅਖਬਾਰਾਂ 'ਚ ਐਡਾਂ ਦੇ ਕੇ, ਆ ਬੜੇ ਬੜੇ ਬਿਲ ਬੋਰਡ ਲਾ ਕੇ, ਬੜੇ ਬੜੇ ਇਸ਼ਤਿਹਾਰ ਲਾ ਕੇ, ਉਹ ਜੇ ਤੂੰ ਲਾਉਣਾ ਤਾਂ ਗੁਰੂ ਦੇ ਨਾਂ ਤੇ ਲਾ, ਗੁਰੂ ਨੂੰ ਅੱਗੇ ਪ੍ਰੋਜੈਕਟ ਕਰ। ਜੇ ਤਾਂ ਤੇਰੇ 'ਚ ਇਹ ਸਮਰਪਤਾ ਹੈ ਤਾਂ ਬਕਾਇਦਾ ਤੇਰੇ ਜੋ ਕੁਛ ਤੂੰ ਬੋਲ ਰਿਹਾ ਉਹਦਾ ਪ੍ਰਭਾਵ ਪਏਗਾ। ਮੈਂ ਉਹਨੂੰ ਨਹੀਂ, ਇਹੀ ਗਲਤੀਆਂ ਹੋਈਆਂ ਪ੍ਰਕਾਸ਼ ਸਿੰਘ ਬਾਦਲ ਤੋਂ। ਸਭ ਤੋਂ ਪਹਿਲਾਂ ਇਸ ਕਿਸਮ ਦੀਆਂ ਕੁਰੀਤੀਆਂ ਪ੍ਰਕਾਸ਼ ਸਿੰਘ ਬਾਦਲ ਨੇ ਕੀਤੀ। ਉਹਨੇ ਐਂਬੂਲੈਂਸਿਸ ਤੇ ਵੀ ਆਪਣੀ ਫੋਟੋ ਲਾਤੀ। ਤੂੰ ਕਿਸ ਕਿਸਮ ਦਾ ਸਿੱਖ ਆ ਜਿਹੜਾ ਆਪਣੇ ਆਪ ਨੂੰ ਉਹ ਰੱਬ ਦੇ ਨਾਂ ਤੇ, ਈਵਨ ਐਂਬੂਲੈਂਸ ਕੀ ਚੀਜ਼ ਆ, ਕਿਸੇ ਮਰੀਜ਼, ਕਿਸੇ ਵਿਚਾਰਾ ਕੋਈ ਜਿਹੜਾ ਤਕਲੀਫ 'ਚ ਆ ਉਹਨੂੰ ਲਿਜਾ ਰਹੀ ਹੈ, ਉਹਦੇ ਤੇ ਆਪਣੀ ਫੋਟੋ ਲਾਉਣ ਦੇ ਨਾਲ ਕੀ ਹੋ ਜੂ? ਨਾਲੇ ਕਿੰਨਾ ਤੂੰ ਤੰਤਰ ਪ੍ਰਚਾਰ ਦਾ ਖੜਾ ਕੀਤਾ ਤੇ ਕੀ ਬਣਾਇਆ ਆਪਣੇ ਆਪ ਨੂੰ। ਉਸ ਤੋਂ ਬਾਅਦ ਕਿਉਂ ਨਹੀਂ ਲੋਕਾਂ ਨੇ ਤੈਨੂੰ ਕਿਉਂ ਨਕਾਰਤਾ? ਸਮਝੇ ਨਹੀਂ? ਤੋ ਅੱਜ ਭਗਵੰਤ ਮਾਨ ਜ਼ਰੂਰ ਕ੍ਰਿਟੀਸਾਈਜ਼ ਕਰੇ ਬਾਦਲ ਪਰਿਵਾਰ ਨੂੰ, ਅਕਾਲੀ ਦਲ, ਜਿਹੜਾ ਬਾਦਲ ਅਕਾਲੀ ਦਲ ਆ, ਕਿਉਂਕਿ ਉਹਨਾਂ ਨੇ ਆਪਣਾ ਕਰੈਕਟਰ ਖਤਮ ਕਰ ਲਿਆ। ਜਿਹੜੀ ਅਸਲੀ ਅਕਾਲੀ ਦਲ ਸੀ ਉਹ ਕਿਰਤੀਆਂ ਦੀ ਜਮਾਤ ਸੀ, ਉਹ ਲੋਕ ਸੀ ਜਿਹੜੇ ਆਪਣੇ ਆਪ ਨੂੰ ਸਮਰਪਿਤ ਕਰਦੇ ਸੀ। ਮੈਂ ਆਪ ਦੇਖੇ ਆਪਣੇ ਲਾਈਫ ਟਾਈਮ ਦੇ ਵਿੱਚ, ਜਿਹੜੇ ਪੁਰਾਣੇ ਅਕਾਲੀ ਹੁੰਦੇ ਸੀ ਉਹਨਾਂ ਕੋਲ ਇੱਕ ਆਪਣੀ ਜੁੱਤੀ ਹੁੰਦੀ ਸੀ, ਦੋ ਕੁੜਤਾ ਪਜਾਮੇ ਹੁੰਦੇ, ਇੱਕ ਧੋ ਲਿਆ ਇੱਕ ਪਾ ਲਿਆ, ਇੱਕ ਧੋ ਲਿਆ ਇੱਕ ਪਾ ਲਿਆ। ਪਰ ਅੱਜ ਜਿਹੜਾ ਅਕਾਲੀ ਦਲ ਜਦੋਂ ਆਪਣੇ ਪ੍ਰਕਾਸ਼ ਸਿੰਘ ਬਾਦਲ ਨੇ ਬਣਾਇਆ, ਫਿਰ ਉਸ ਨੂੰ ਪੰਜਾਬੀ ਪਾਰਟੀ 'ਚ ਕਨਵਰਟ ਕਰਤਾ। ਫਿਰ ਅਕਾਲੀ ਦਲ ਤਾਂ ਤੁਹਾਡਾ ਹੈ ਹੀ ਨਹੀਂ, ਅਕਾਲੀ ਦਲ ਤੁਹਾਡਾ ਹੈ ਹੀ ਨਹੀਂ। ਫਿਰ ਤੁਸੀਂ ਜਿਹੜੀ ਕੰਪਨੀ ਬਣਾ ਕੇ ਜਿਹੜਾ ਉਸ ਦਾ ਪ੍ਰਸਾਰ ਕਰ ਰਹੇ ਹੋ ਗੁਰਬਾਣੀ ਦਾ ਮੀਡੀਆ ਰਾਹੀਂ, ਉਹ ਕੰਪਨੀ ਦੇ ਮਾਲਕ ਤੁਸੀਂ ਆਪ ਹੋ। ਤੋ ਇਹ ਕੀ ਗੱਲ ਹੈ? ਤੁਸੀਂ ਕਹਿ ਕੁਛ ਰਹੇ ਹੋ, ਕਰ ਕੁਛ ਰਹੇ ਹੋ, ਤਾਂ ਲੋਕਾਂ ਦੇ ਉੱਤੇ ਤੁਹਾਡਾ ਪ੍ਰਭਾਵ ਨਹੀਂ ਪਏਗਾ। ਜਿੰਨਾ ਮਰਜ਼ੀ ਤੁਸੀਂ ਪ੍ਰੋਪੇਗੈਂਡਾ ਕਰ ਲਓ, ਜਿੰਨਾ ਮਰਜ਼ੀ ਤੁਸੀਂ ਪ੍ਰਚਾਰ, ਇਸ਼ਤਿਹਾਰ, ਬਿਲਬੋਰਡ, ਰੇਡੀਓ, ਟੀਵੀ ਚੈਨਲਾਂ ਤੇ ਚਲੇ ਜਾਓ, ਜਿੰਨੇ ਮਰਜ਼ੀ ਜਰਨਲਿਸਟ ਤੁਹਾਡੀ ਵਾਹਵਾ ਕਰ ਦੇਣ, ਕੱਖ ਨਹੀਂ ਅਸਰ ਪਏਗਾ। ਇਹੀ ਗੱਲ ਭਗਵੰਤ ਮਾਨ ਨੂੰ ਸਿੱਖਣੀ ਚਾਹੀਦੀ। ਮੈਂ ਹੁਣ ਤੁਹਾਨੂੰ ਕੀ ਦੱਸਾਂ, ਜਿੰਨਾ ਖਰਚਾ ਆਮ ਪਾਰਟੀ ਆਪਣੇ ਪ੍ਰਚਾਰ ਲਈ ਕਰਦੀ ਆ, ਉਨੀ ਰਿਐਲਿਟੀ 'ਚ ਨਹੀਂ। ਮੈਂ ਤੁਹਾਨੂੰ ਇੱਕ ਛੋਟੀ ਜਿਹੀ ਮਿਸਾਲ ਕੇਜਰੀਵਾਲ ਦੀ ਦਿੰਦਾ। ਇਹਨਾਂ ਨੇ 20 ਕਰੋੜ ਰੁਪਈਆ ਰੱਖਿਆ ਦਿੱਲੀ ਦੇ ਵਿੱਚ ਵੀ ਅਸੀਂ ਉਹਨਾਂ ਬੱਚਿਆਂ ਨੂੰ ਦੇਵਾਂਗੇ ਗਾਰੰਟੀ ਦੇ ਤੌਰ ਤੇ, ਜਿਹੜੇ ਬੱਚੇ ਬਾਹਰ ਜਾ ਕੇ ਐਜੂਕੇਸ਼ਨ ਲੈਣਾ ਚਾਹੁੰਦੇ, ਉਹਨਾਂ ਨੂੰ ਅਸੀਂ ਜਦੋਂ ਵੀ ਉਹ ਲੋਨ ਲੈਣਗੇ ਅਸੀਂ ਗਾਰੰਟੀ ਦੇਵਾਂਗੇ ਬੈਂਕਾਂ ਨੂੰ। ਤਾਂ ਰਿਜ਼ਲਟ ਕੀ ਨਿਕਲਿਆ? 20 ਕਰੋੜ ਰੁਪਈਆ ਐਡਵਰਟੀਜ਼ਮੈਂਟ ਤੇ ਖਰਚ ਕਰਤਾ, ਇੱਕ ਪੈਸਾ ਕਿਸੇ ਨੂੰ ਗਾਰੰਟੀ ਨਹੀਂ ਦਿੱਤੀ, ਜਿਹੜੇ ਵਿਚਾਰੇ ਉੱਤੇ ਬਾਹਰ ਜਾ ਕੇ ਬੱਚੇ ਪੜ੍ਹਨਾ ਚਾਹੁੰਦੇ ਸੀ ਵੀ ਉਹ ਲੋਨ ਲੈ ਸਕਣ। ਇਹੀ ਐਗਜ਼ੈਕਟਲੀ ਕੰਮ ਉਸੇ ਪੈਟਰਨ ਦੇ ਉੱਤੇ ਅੱਜ ਵੀ ਹੋ ਰਿਹਾ, ਅੱਜ ਵੀ ਹੋ ਰਿਹਾ। ਮੈਨੂੰ ਦੁੱਖ ਹੁੰਦਾ, ਤਕਲੀਫ ਹੁੰਦੀ ਹੈ ਜਦੋਂ ਮੈਂ ਦੇਖਦਾ ਸੜਕ ਦੇ ਉੱਤੇ ਜਾਂਦਾ ਕਿਸ ਤਰੀਕੇ ਦੇ। ਹੁਣ ਮੈਨੂੰ ਦੱਸੋ, ਭਗਵੰਤ ਮਾਨ ਚਲੋ ਪੰਜਾਬ 'ਚ ਕਰ ਰਿਹਾ, ਆ ਚੰਡੀਗੜ੍ਹ ਦੇ ਵਿੱਚ ਜਗ੍ਹਾ ਜਗ੍ਹਾ ਸੜਕ ਦੇ ਉੱਤੇ ਤੁਸੀਂ ਉਹਦੀਆਂ ਫੋਟੋ ਦੇਖਦੇ, ਰਾਤ ਨੂੰ ਲਾਈਟਾਂ ਜਗਦੀਆਂ, ਐ ਖੜਾ ਮੁਕਰੀ ਪਾਈ। ਮੇਰਾ ਕੀ ਇਹ ਗੱਲ ਹੈ? ਕਿਹਨੂੰ ਤੂੰ ਕਿਹਨੂੰ ਬੇਵਕੂਫ ਬਣਾ ਰਿਹਾ? ਲੋਕ ਇੰਨੇ ਬੇਵਕੂਫ ਨਹੀਂ, ਲੋਕ ਬਹੁਤ ਸਮਝਦਾਰ ਆ, ਗਿਆਨਵਾਨ ਆ, ਸੂਝਵਾਨ ਆ, ਸਮਝਦਾਰ ਆ। ਉਹ ਤੁਹਾਨੂੰ ਵੋਟਾਂ ਐਂਟੀ ਬਾਦਲ, ਐਂਟੀ ਕਾਂਗਰਸ ਪਈਆਂ, ਉਸ ਗੱਲ ਨੂੰ ਤੁਸੀਂ ਸੰਭਾਲ ਨਹੀਂ ਰਹੇ। ਹੁਣ ਇਸੇ ਤਰ੍ਹਾਂ ਵਿਚਾਰੀ ਉਹ ਕੀ ਹੈਗੀ ਕੋਠੀ ਜਿਹੜੀ ਆ ਉੱਥੇ ਜਗਰਾਉਂ, ਉਹਨੂੰ ਕਿਸ ਤਰ੍ਹਾਂ ਖੱਜਲ ਖੁਆਰ ਕਰ ਰਹੇ ਹੋ ਇੱਕ ਅਨੈਰੀ ਫੈਮਿਲੀ ਨੂੰ। ਦੁੱਧ ਵਾਂਗੂ ਸਾਫ਼ ਗੱਲ ਕਲੀਅਰ ਹੈ ਵੀ ਉਹ ਮਾਲਕ ਵਿਚਾਰੇ ਉਹ ਧੱਕੇ ਖਾਂਦੇ ਫਿਰ ਰਹੇ ਆ। 75-70 ਸਾਲ ਦੀ ਜਿਹੜੀ ਔਰਤ ਆ ਉਹ ਧੱਕੇ ਖਾ ਰਹੀ ਹੈ, ਤੇ ਤੁਸੀਂ ਉਹਨੂੰ ਚਾਬੀ ਨਹੀਂ ਦਵਾਉਂਦੇ। ਕੀ ਵੇਟ ਕਰ ਰਹੇ ਹੋ? ਕਿਸ ਚੀਜ਼ ਦੀ ਵੇਟ ਕਰ ਰਹੇ ਹੋ? ਜਿਹੜੇ 2-3 ਮਿੰਟ 'ਚ ਹੀ ਫੈਸਲਾ ਹੋ ਸਕਦਾ,
ਉਸ ਦੀ ਤੁਸੀਂ ਵੇਟ ਕਰੋ। ਕਿੱਡਾ ਉਹ ਇੱਕ ਲੰਬਾ ਜਿਹਾ ਜਿਹੜਾ ਮਿਨਿਸਟਰ, ਕੀ ਉਹਦਾ ਨਾਮ ਆ, ਉਹ ਧਾਲੀਵਾਲ, ਉਹ ਵੱਡੀਆਂ ਵੱਡੀਆਂ ਗੱਲਾਂ ਕਰਦਾ, ਕੱਦ ਕਾਠ 6 ਫੁੱਟ ਮੇਰੇ ਖਿਆਲ 3-4 ਇੰਚ, ਤੇ ਉਹ ਹੁਣ ਉਦੋਂ ਦਾ ਮੂੰਹ ਵੀ ਨਹੀਂ ਖੁੱਲਿਆ। ਕਿਹੋ ਜਿਹਾ ਤੂੰ ਬੰਦਾ, ਕਿਹੋ ਜਿਹਾ ਬੰਦਾ, ਕੀ ਤੇਰਾ ਕਿਰਦਾਰ ਹੈ, ਕੀ ਤੇਰਾ ਕੈਰੈਕਟਰ ਹੈ। ਮੇਰਾ ਮਤਲਬ ਕਹਿਣ ਦਾ ਇਹ ਆ ਵੀ ਤੂੰ ਬੋਲ ਤਾਂ ਸਹੀ, ਜਾਂ ਤਾਂ ਕਹਿ ਵੀ ਇਹ ਕੋਠੇ ਦੀ ਮਾਲਕ ਉਹ ਨਹੀਂ ਹੈ, ਨਰਾਈ ਬੰਦੇ। ਤੇ ਜੇ ਤੇਰੇ 'ਚ ਕੋਈ ਹਿੰਮਤ ਹੈ, ਇਨਸਾਨੀਅਤ ਹੈ, ਮੋਰੈਲਿਟੀ ਹੈ, ਐਥਿਕਸ ਹੈਗੇ ਰੱਬ ਨੂੰ ਮੰਨਦਾ ਨੂੰ, ਤਾਂ ਕਹਿ। ਪੱਗ ਤਾਂ ਸਿਰ ਤੇ ਬੰਨੀ ਵੀ ਹੈ ਸਿੱਖ ਦੀ। ਇਸੇ ਤਰ੍ਹਾਂ ਹੁਣ ਆਪਣੇ ਚੀਫ ਮਿਨਿਸਟਰ ਸਾਹਿਬ ਪੱਗ ਰੱਖੀ ਵੀ ਹੈ। ਮੈਂ ਅੱਜ ਵੀ ਬੜੀ ਵੱਡੀ ਸਪੀਚ, ਮੈਂ ਬਹੁਤ ਵੱਡਾ ਸਿੱਖ ਹਾਂ, ਮੈਂ ਤਾਂ ਗੁਰੂ ਨੂੰ ਮੰਨਦਾ, ਮੈਂ ਜਿੱਥੇ ਵੀ ਗੁਰਦੁਆਰਾ ਉੱਥੇ ਸਿਰ ਝੁਕਾਉਣਾ। ਉਹ ਤੂੰ ਫਾਰਮੈਲਿਟੀ ਕਰ ਰਿਹਾ, ਤੂੰ ਸਿੱਖ ਨਹੀਂ ਹੈ, ਤੂੰ ਫਾਰਮੈਲਿਟੀ ਕਰ ਰਿਹਾ, ਸਮਝਿਆ ਕਿ ਨਹੀਂ। ਜੇ ਤੂੰ ਸਿੱਖ ਹੋਵੇਂ ਤਾਂ 2 ਮਿੰਟਾਂ 'ਚ ਕਹੇ ਵੀ ਉਹ ਕੋਠੀ ਦੇ ਜਿਹੜੇ ਉਹਨਾਂ ਤੇ ਕੇਸ ਰਜਿਸਟਰ ਕਰੋ MLA ਤੇ ਨਾਲੇ ਉਹ ਜਿਹੜਾ ਇੱਕ ਹੋਰ ਫਰੋਡੀ ਵਿੱਚ ਬੈਠਾ ਜਿਹਨੇ ਫਰੋਡ ਕੀਤਾ ਉਸ ਕੋਠੀ ਦੇ ਉੱਤੇ, ਤੇ ਉਹਨਾਂ ਨੂੰ ਵਿਚਾਰਿਆਂ ਨੂੰ ਚਾਬੀ ਦਿਓ, ਜਿਹੜੇ ਮਾਲਕ ਆ। ਉਹਨਾਂ ਦੀ 10 ਲਾਖਾਂ ਦੀ ਕਮਾਈ ਆ, ਉਹ ਕਿੱਥੋਂ ਵਿਚਾਰੇ ਕੈਨੇਡਾ ਤੋਂ ਕਿੱਥੇ ਧੱਕੇ ਖਾਂਦੇ ਫਿਰਦੇ ਆ, ਕੋਈ ਦਫ਼ਤਰ 'ਚ ਉਹਨਾਂ ਨੂੰ ਵੜਨ ਨਹੀਂ ਦਿੰਦਾ। ਕਿੱਡੀ ਮਤਲਬ ਕਹਿਰ ਦੀ ਗਰਮੀ ਆ ਪੰਜਾਬ 'ਚ ਪੈ ਰਹੀ। ਤਾਂ ਮੇਰਾ ਮਤਲਬ ਕਹਿਣ ਦਾ ਇਹਨਾਂ ਗੱਲਾਂ ਦਾ ਕੋਈ ਮਤਲਬ ਨਹੀਂ ਹੁੰਦਾ ਜੀ। ਢਿੱਲੋਂ ਸਾਹਿਬ, ਆਪਾਂ ਅੰਤਮ ਦੌਰ ਵਿੱਚ ਇੰਟਰਵਿਊ ਦੇ ਇੱਕ ਚੀਜ਼ ਆ ਜਿਹੜੀ ਸ਼ਾਮੀ ਵੀ ਅਕਾਲੀ ਦਲ ਦੇ ਲੀਡਰਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਆ। ਇਹ ਸਾਰੇ ਪ੍ਰਕਰਨ ਨੂੰ ਅਕਾਲੀ ਲੀਡਰਸ਼ਿਪ ਇਸ ਵਕਤ ਇਸ ਐਂਗਲ ਤੋਂ ਜੋੜ ਰਹੀ ਆ ਕਿ ਭਗਵੰਤ ਸਿੰਘ ਮਾਨ ਨੇ ਇਹ ਜਿਹੜਾ ਐਕਟ ਲਿਆਂਦਾ ਜਾਂ ਸੋਧ ਕੀਤੀ ਆ, ਸ਼੍ਰੀ ਅਕਾਲ ਤਖਤ ਸਾਹਿਬ ਨਾਲ ਮੱਥਾ ਲਾ ਲਿਆ, ਪੰਥ ਨਾਲ ਮੱਥਾ ਲਾ ਲਿਆ। ਮਸਲਾ ਤਾਂ ਹੈ ਇੱਕ ਨਿੱਜੀ ਪਰਿਵਾਰ ਦੇ ਚੈਨਲ ਦਾ ਜਿਹੜਾ 11 ਸਾਲ ਤੋਂ ਆਪਣੇ ਏਕਾਧਿਕਾਰ ਲਈ ਬੈਠਾ ਆ। ਤੁਸੀਂ ਮੰਨਦੇ ਹੋ ਕਿ ਇੱਕ ਚੈਨਲ ਦਾ ਜੇਕਰ ਕਿਸੇ ਤਰੀਕੇ ਦੇ ਨਾਲ ਉੱਥੋਂ ਫਾਰਗੀ ਹੋ ਜਾਂਦੀ ਆ ਤੇ ਮਸਲਾ ਖੜਾ ਹੀ ਨਹੀਂ ਸੀ ਹੋਣਾ। ਅੱਛਾ, ਕੀ ਅਕਾਲੀ ਜਿਹੜੇ ਇਸ ਨੂੰ ਪੰਥ ਨਾਲ ਮੱਥਾ, ਸ਼੍ਰੀ ਅਕਾਲ ਤਖਤ ਨਾਲ ਮੱਥਾ, ਹਰਿਮੰਦਰ ਸਾਹਿਬ ਨਾਲ ਮੱਥਾ, ਇਹ ਇੱਦਾਂ ਦਾ ਇੱਕ ਮਾਹੌਲ ਬਣਾ ਰਹੇ ਆ, ਇਹ ਬਣਦੀ ਗੱਲ ਆ? ਦੇਖੋ, ਬਣੇਗੀ ਤਾਂ ਜੇ ਉਹਨਾਂ ਦਾ ਆਪਣਾ ਕਿਰਦਾਰ ਸਹੀ ਹੈ। ਮਤਲਬ ਹਮਾਮ 'ਚ ਸਾਰੇ ਨੰਗੇ ਆ, ਹਮਾਮ ਦੇ ਵਿੱਚ ਸਾਰੇ ਨੰਗੇ ਆ, ਉਹ ਵੀ ਨੰਗੇ ਆ, ਇਹ ਵੀ ਨੰਗੇ ਆ। ਅਸਰ ਤਾਂ ਲੋਕਾਂ ਤੇ ਕਿ ਪੈ ਨਹੀਂ ਰਿਹਾ। ਵੀ ਤੁਸੀਂ ਦੇਖੋ, ਪੈਸਾ ਕਮਾਉਣ ਦੀ ਇੱਕ ਲਿਮਿਟ ਹੁੰਦੀ ਹੈ, ਉਹ ਲਿਮਿਟ ਵੀ ਤੁਸੀਂ ਇਮਾਨਦਾਰੀ ਨਾਲ ਪੈਸਾ ਕਮਾਓ। ਜੇ ਗੁਰੂ ਨੇ ਤੁਹਾਡੇ ਤੇ ਬਖਸ਼ਿਸ਼ ਕਰਨੀ ਹੈ ਤਾਂ ਤੁਹਾਡੇ 'ਚ ਬਰਕਤ ਪਏਗੀ। ਜੇ ਤੁਸੀਂ ਗੁਰੂ ਨੂੰ ਬਿਟਰੇ ਕਰਕੇ, ਝੂਠ ਬੋਲ ਕੇ, ਪਖੰਡ ਕਰਕੇ ਪੈਸਾ ਇਕੱਠਾ ਕਰ ਰਹੇ ਹੋ, ਗੁਰਬਾਣੀ, ਗੁਰੂ ਦੀ ਜਿਹੜੀ ਬਾਣੀ ਆ ਉਸ ਨੂੰ ਤੁਸੀਂ ਵੇਚ ਕੇ ਪੈਸਾ ਇਕੱਠਾ ਕਰ ਰਹੇ ਹੋ, ਕਿੱਡੀ ਹਮਾਕਤ ਹੈ, ਕਿੱਡੀ ਮਤਲਬ ਸਿੱਖਿਜ਼ਮ ਦੀ ਜਿਹੜੇ ਬੇਸਿਕ ਟੈਨੈਂਟਸ ਆ ਉਹਨਾਂ ਦੀ ਵਿਰੋਧਤਾ। ਤੋ ਇਹ ਤਾਂ ਮਤਲਬ ਪਹਿਲੇ ਦਿਨ ਤੋਂ ਹੀ ਜਿਹੜੇ ਬਾਦਲ ਪਰਿਵਾਰ ਆ, ਪਰਿਵਾਰਵਾਦੀ ਜਿਹੜੇ ਲੋਕ ਆ, ਉਹਨਾਂ ਨੂੰ ਸਮਝ ਲੈਣੀ ਚਾਹੀਦੀ ਕਿ ਇਹ ਚੀਜ਼ਾਂ ਯੂ ਕੈਨ ਬਿਟਰੇ ਥੋੜੀ ਦੇਰ ਲਈ, ਯੂ ਕੈਨ ਬਿਟਰੇ ਪੀਪਲ ਬਟ ਨਾਟ ਹੋਲ ਆਫ ਦਾ ਟਾਈਮ। ਹਮੇਸ਼ਾ ਲਈ ਤੁਸੀਂ ਲੋਕਾਂ ਨੂੰ ਬਿਟਰੇ ਨਹੀਂ ਕਰ ਸਕਦੇ। ਦੇਰ ਇਜ਼ ਅ ਲਿਮਿਟ। ਤਾਂ ਉਹ ਲਿਮਿਟ ਜਿਹੜੀ ਸੀ ਉਹ ਭਾਂਡਾ ਫੁੱਟ ਗਿਆ। ਹੁਣ ਇਸ ਗੱਲ ਦੀ ਜਿਹੜੀ ਗੱਲ ਆ ਉਹ ਭਗਵੰਤ ਮਾਨ ਵੀ ਨਹੀਂ ਸਮਝਦਾ। ਉਹ ਇਹ ਸਮਝਦਾ ਵੀ ਵੋਟਾਂ ਕਿਤੇ ਸਾਨੂੰ ਪੈ ਗਈਆਂ। ਵੋਟਾਂ ਤੁਹਾਨੂੰ ਨਹੀਂ ਪਈਆਂ, ਵੋਟਾਂ ਬਾਦਲਾਂ ਤੇ ਕਾਂਗਰਸੀਆਂ ਦੇ ਵਿਰੋਧ 'ਚ ਪਈਆਂ। ਇਹ ਨੈਗੇਟਿਵ ਵੋਟ ਹੈਗੀ ਹੈ। ਤਾਂ ਮੇਰਾ ਮਤਲਬ ਕਹਿਣ ਦਾ ਕੋਈ ਉਮੀਦ ਮਤਲਬ ਜਾਗਦੀ ਦਿਖਦੀ ਨਹੀਂ ਪੰਜਾਬ ਦੇ ਲੋਕਾਂ ਨੂੰ। ਔਰ ਅੱਜ ਵੀ ਭਗਵੰਤ ਮਾਨ ਕੇਜਰੀਵਾਲ ਦੇ ਇਸ਼ਾਰੇ ਤੇ ਨੱਚਦਾ, ਸਾਰੀ ਦੁਨੀਆ ਜਾਣਦੀ ਹੈ। ਉਹਦੀ ਆਪਣੀ ਕੋਈ ਔਕਾਤ ਹੀ ਨਹੀਂ, ਉਹਦੀ ਆਪਣੀ ਕੋਈ ਅਹਿਮੀਅਤ ਹੀ ਨਹੀਂ। ਕੋਈ ਚੀਜ਼ ਵੀ ਉਹ ਮਤਲਬ ਉਦੋਂ ਕੇਜਰੀਵਾਲ ਨੂੰ ਇਲੈਕਟ ਕੀਤਾ ਪੰਜਾਬ ਦੇ ਲੋਕਾਂ ਨੇ। ਇੱਕ ਪਾਸੇ ਤੂੰ ਗਵਰਨਰ ਨੂੰ ਮਿਹਣਾ ਦੇ ਰਿਹਾ ਵੀ ਉਹ ਇਲੈਕਟ ਹੋ ਜੇ, ਤਾਂ ਕੀ ਕੇਜਰੀਵਾਲ ਪੰਜਾਬ 'ਚੋਂ ਇਲੈਕਟ ਹੋਇਆ ਵੇ? ਉਹ ਕਲਟਿਸ਼ ਲੀਡਰ ਹੈ। ਕਲਟਿਸ਼ ਬੰਦਾ ਉਹ ਹੁੰਦਾ ਜਿਵੇਂ ਰਾਮ ਰਹੀਮ ਨੂੰ ਤੁਸੀਂ ਕਲਟਿਸ਼ ਬੰਦਾ ਕਹੋ। ਉਹ ਆਪਣੇ ਫਾਲੋਅਰਸ ਬਣਾ ਲੈਂਦੇ ਆ, ਉਹਨਾਂ ਫਾਲੋਅਰਸ ਨੂੰ ਇਸ ਤਰੀਕੇ ਨਾਲ ਮੈਸਮਰਾਈਜ਼ ਕਰਦੇ ਆ ਕਿ ਉਹਨਾਂ ਦੀ ਥਿੰਕਿੰਗ ਕੰਟਰੋਲ ਕਰ ਲੈਂਦੇ। ਸਮਝੇ ਕਿ ਨਹੀਂ? ਤਾਂ ਉਹ ਉਹਨਾਂ ਤੇ ਚਾਹੇ ਕਿਸ ਕਿਸਮ ਦੇ ਵੀ ਇਲਜ਼ਾਮ ਹੋਣ, ਜਿਵੇਂ ਰਾਮ ਰਹੀਮ ਤੇ ਕਿੰਨੇ ਸੀਰੀਅਸ ਇਲਜ਼ਾਮ ਆ, ਰੇਪ ਦੇ ਵੀ ਇਲਜ਼ਾਮ ਆ, ਲੋਕਾਂ ਦੀਆਂ ਪ੍ਰਾਪਰਟੀਆਂ ਦੱਬਣ ਦੇ ਵੀ ਆ, ਸਾਰੇ ਹਾਂਜੀ, ਮਰਡਰ ਵੀ ਉਹਦੇ ਤੇ ਇਲਜ਼ਾਮ ਆ। ਪਰ ਬਾਵਜੂਦ ਇਸ ਗੱਲ ਦੇ ਜਦੋਂ ਬਾਹਰ ਆਉਂਦਾ ਲੱਖਾਂ ਬੰਦੇ ਇਕੱਠੇ ਨਹੀਂ ਹੋ ਜਾਂਦੇ। ਤਾਂ ਉਹ ਕਲਟ ਹੁੰਦੇ, ਕਲਟ ਕ੍ਰੀਏਟ ਕੀਤੇ ਜਾਂਦੇ। ਸਮਝੇ ਕਿ ਨਹੀਂ? ਉਹ ਉਸੇ ਤਰੀਕੇ ਨਾਲ ਕੇਜਰੀਵਾਲ ਇੱਕ ਬਹੁਤ ਹੁਸ਼ਿਆਰ ਤੇ ਸ਼ੈਤਾਨ ਆਦਮੀ ਹੈ ਜਿਹਨੇ ਕਲਟ ਕ੍ਰੀਏਟ ਕਰ ਲਿਆ ਆਪਣੇ ਆਲੇ ਦੁਆਲੇ।
ਕੀ ਹੈ ਕੇਜਰੀਵਾਲ ਮੈਨੂੰ ਦੱਸੋ। ਕੱਟੜ ਉਹ ਲਫ਼ਜ਼ ਹੀ ਇਸ ਕਿਸਮ ਦੇ ਸਾਰੇ ਕਰਦੇ, ਸਾਰੇ ਇਸ ਕਿਸਮ ਦੀ ਗੱਲ ਕਰ। ਹੁਣ ਕੱਟੜ ਇਮਾਨਦਾਰੀ ਤਾਂ ਨਿਕਲ ਗਈ। ਤੇਰੀ ਕੋਠੀ ਜਿਹੜੀ ਆ ਭਲਿਆ ਲੋਕਾਂ, ਉਹਦੇ ਤੇ ਤੂੰ 52 ਕਰੋੜ ਰੁਪਈਆ ਖਰਚ ਕਰਦਾ। ਕੌਣ ਕਿੱਥੋਂ ਮਾਰਬਲ ਲਿਆਂਦਾ, ਕਿੱਥੇ ਕਿੰਨੀ ਠੱਗੀ ਠੋਰੀ ਕੀਤੀ ਆ, ਸਾਰੀ ਦੁਨੀਆ 'ਚ ਜੱਗ ਜ਼ਾਹਰ ਹੋ ਰਹੀ ਹੈ। ਤੋ ਦੂਜੇ ਪਾਸੇ ਤੂੰ ਛਾਤੀ ਤੇ ਮਾਰ ਕੇ ਕਹਿਣਾ ਮੈਂ ਉਹ ਮੈਨੂੰ ਬੜੀ ਇੰਟਰਸਟਿੰਗ ਗੱਲ ਉਹਦੀ ਯਾਦ ਆਈ, ਹਾਸੀ ਦੀ ਵੀ ਗੱਲ। ਉਹ ਕਹਿੰਦਾ ਇੱਕ ਉਹਦਾ ਦੋਸਤ ਹੀ ਸੀਗਾ ਜਿਹਨੇ ਹੁਣ ਛੱਡਤੀ ਉਹ ਪਾਰਟੀ, ਮੈਨੂੰ ਨਾਂ ਭੁੱਲ ਗਿਆ। ਉਹ ਕਿਤੇ ਪਹਿਲਾਂ ਜਾਣ ਲੱਗੇ ਤਾਂ ਉਹਨੇ ਬੁਸ਼ਰਟ ਪਾਈ ਵੀ ਸੀਗੀ ਸ਼ਰਟ ਉੱਪਰ ਦੀ, ਤਾਂ ਉਹਦਾ ਕਮੀਜ਼ ਦਾ ਬਟਨ ਉੱਪਰਲਾ ਹੇਠਾਂ ਉੱਪਰ ਲਾਇਆ। ਉਹਨੂੰ ਕਹਿਣ ਲੱਗਾ ਵੀ ਕੇਜਰੀਵਾਲ ਨੂੰ ਵੀ ਕੇਜਰੀਵਾਲ ਸਾਹਿਬ ਆ ਬਟਨ ਠੀਕ ਕਰ ਲਓ। ਉਹ ਕਹਿੰਦਾ ਨਹੀਂ ਐਂ ਠੀਕ ਆ। ਦਾ ਦਿਖਾਉਣ ਲਈ ਲੋਕਾਂ ਨੂੰ ਚੱਪਲ ਪਾ ਲਈ ਸਸਤੀ ਜੀ 150 ਰੁਪਏ ਦੀ, ਤੋ ਇਸ ਤਰ੍ਹਾਂ ਦੇ ਟੁੱਟੇ ਭੱਜੇ ਜਿਹੇ ਕੱਪੜੇ ਪਾ ਲਏ। ਮਤਲਬ ਇਹ ਚੀਜ਼ਾਂ ਜਿਹੜੀਆਂ ਹਮੇਸ਼ਾ ਨਹੀਂ ਰਹਿਣਗੀਆਂ। ਹਮੇਸ਼ਾ ਜਿਹੜੀ ਮਤਲਬ ਝੂਠ ਉਹ ਨੰਗਾ ਹੋ ਜਾਏਗਾ। ਜਦੋਂ ਨੰਗਾ ਹੋ ਜਾਏਗਾ ਤੁਸੀਂ ਦੁਨੀਆ ਸਾਹਮਣੇ ਐਕਸਪੋਜ਼ ਹੋ ਜਾਓਗੇ। ਤੋ ਮੇਰਾ ਮਤਲਬ ਕਹਿਣ ਦਾ ਇਹ ਹੈ, ਰੱਬ ਨੂੰ ਮੰਨੋ, ਰੱਬ ਨੂੰ ਸਮਰਪਿਤ ਹੋਵੋ, ਸੱਚਾਈ ਤੇ ਪਹਿਰਾ ਦਿਓ, ਸੱਚਾ ਜੀਵਨ, ਕਿਸੇ ਗਰੀਬ ਨੂੰ, ਕਿਸੇ ਜਿਹੜਾ ਦੁਖੀ ਆ ਉਹਦੀ ਸਹਾਇਤਾ ਕਰੋ। ਦੇਖੋ ਅਸੀਂ ਅਰਦਾਸ ਵੀ ਭਗਵੰਤ ਮਾਨ ਨੂੰ, ਅਰਦਾਸ ਦੇ ਵਿੱਚ ਕੀ ਹੈ, ਨਿਓਟਿਆਂ ਦੀ ਓਟ ਨਿਆਸਰਿਆਂ ਦਾ ਆਸਰਾ। ਨਿਓਟਾ ਕੌਣ ਆ? ਕੋਈ ਵੀ ਹੋ ਸਕਦਾ, ਹਿੰਦੂ ਵੀ, ਮੁਸਲਮਾਨ ਵੀ, ਸਿੱਖ ਈਸਾਈ ਕੋਈ ਹੋ ਸਕਦਾ, ਨਿਆਸਰਾ ਕੋਈ ਵੀ ਹੋ ਸਕਦਾ। ਤੋ ਭਗਵੰਤ ਮਾਨ ਜੀ ਨਿਓਟਾਂ ਦੀ ਓਟ ਬਣੋ, ਨਿਆਸਰਿਆਂ ਦਾ ਆਸਰਾ ਬਣੋ। ਪ੍ਰਮਾਤਮਾ ਨੇ ਤੁਹਾਨੂੰ ਪੋਜੀਸ਼ਨ, ਰੁਤਬਾ ਦਿੱਤਾ, ਉਸ ਰੁਤਬੇ ਨੂੰ ਕੇਜਰੀਵਾਲ ਦੇ ਹੱਕ ਵਿੱਚ ਮਤ ਭੁਗਤਾਓ, ਆਪਣੇ ਹੱਕ ਵਿੱਚ ਮਤ ਭੁਗਤਾਓ। ਉਸ ਨੂੰ ਨਿਓਟਿਆਂ ਨਿਆਸਰਿਆਂ ਜਿਹੜੇ ਨੀਚਾ ਅੰਦਰ ਨੀਚਾ ਉਹਨਾਂ ਦੇ ਹੱਕ ਵਿੱਚ ਭੁਗਤਾਓਗੇ, ਦੁਨੀਆ ਯਾਦ ਰੱਖੇਗੀ। ਨਹੀਂ ਤਾਂ ਇਤਿਹਾਸ ਦੇ ਵਿੱਚ ਆਉਂਦੇ ਆ, ਕਾਲੇ ਅੱਖਰਾਂ 'ਚ ਲਿਖੇ ਜਾਂਦੇ ਆ, ਆਉਂਦੇ ਚਲੇ ਜਾਂਦੇ ਆ। ਹੁਣ ਮੈਨੂੰ ਦੱਸੋ, ਮੈਨੂੰ ਕਿਸੇ ਬੰਦੇ ਨੇ ਦੱਸੀ ਸੀ, IPS ਆਫਿਸਰ ਦਰਬਾਰਾ ਸਿੰਘ ਦੀ ਜਦੋਂ ਡੈਥ ਹੋਈ, ਭੋਗ ਪਿਆ ਉਹਦੇ ਪਿੰਡ, ਜੰਡਿਆਲਾ ਪਿੰਡ ਆ, ਤਾਂ ਭੋਗ ਪਿਆ ਇੱਕ ਕਮਰੇ 'ਚ, ਭੋਗ ਪਿਆ ਉਹਦੇ ਘਰ ਦੇ ਵਿੱਚ ਇੱਕ ਕਮਰੇ 'ਚ 20-22 ਬੰਦੇ ਸੀ। ਮਤਲਬ ਦੁਨੀਆ ਵਿੱਚ ਹੁਣ ਕੌਣ ਜਾਣੇ, ਦਰਬਾਰਾ ਸਿੰਘ ਦਾ ਨਾਂ ਨਹੀਂ ਲੋਕ ਸੁਣਨਾ ਚਾਹੁੰਦਾ, ਕਿਉਂਕਿ ਪਾਣੀਆਂ ਦੇ ਮੁੱਦੇ ਤੇ ਉਹਨੇ ਬਹੁਤ ਵੱਡੀ ਬਿਟਰੇਲ ਕੀਤੀ ਹੈ ਪੰਜਾਬ ਨੂੰ, ਸਮਝੇ ਨਾ। ਤੋ ਕੋਈ ਚੰਗਾ ਕੰਮ ਕਰਕੇ ਜਾਓ ਜਿਸ ਦੇ ਉੱਤੇ ਦੁਨੀਆ ਤੁਹਾਨੂੰ ਯਾਦ ਰੱਖੇ ਵੀ ਇਹ ਆਦਮੀ ਸੀ, ਇਹਨੇ ਕੰਮ ਕੀਤਾ। ਤੋ ਅੱਜ ਲੋੜ ਹੈ ਪੰਜਾਬ ਨੂੰ ਕਿ ਪੰਜਾਬ ਦੇ ਦੁੱਖਾਂ ਦਾ ਸਾਂਝੀਵਾਲ ਬਣੇ ਕੋਈ ਬੰਦਾ। ਪੰਜਾਬ ਦੇ ਵਿੱਚ ਜਿਹੜੇ ਗਰੀਬ ਆ, ਅਨਇੰਪਲਾਇਮੈਂਟ ਆ ਬੜੀ, ਔਰ ਕਿਸ ਤਰੀਕੇ ਨਾਲ ਡਰੱਗ ਦਾ ਕੇਸ ਆ, ਕਿਸ ਤਰੀਕੇ ਨਾਲ ਲਾਲੈਸਨੈਸ ਹੋਈ ਵੀ ਹੈ ਪੰਜਾਬ ਦੇ ਵਿੱਚ, ਉਸ ਤੇ ਤਾਂ ਠੰਮ ਪਾਓ। ਇਹਨਾਂ ਗੱਲਾਂ ਨਾਲ ਕੀ ਨਿਕਲਣਾ, ਐਵੇਂ ਝੂਠੀਆਂ ਛਾਤੀਆਂ ਪਿੱਟੀ ਜਾਂਦੇ ਹੋ ਚਾਰੇ ਪਾਸੇ ਜਾ ਕੇ। ਇਹੀ ਗੱਲ ਬਾਦਲ ਕਰਦਾ ਸੀ। ਔਰ ਬਾਦਲ ਦੇਖੋ ਇੱਕ ਬਹੁਤ ਬੜਾ ਅਮਰੀਕਾ ਦਾ ਥਿੰਕਰ ਆ, ਉਸਨੇ ਕਿਹਾ ਯੂ ਕੈਨ ਨਾਟ ਕਾਲ ਏ ਮੈਨ ਲੱਕੀ ਅਨਲੈਸ ਯੂ ਹੈਵ ਸੀਨ ਹਿਜ਼ ਐਂਡ। ਬਹੁਤ ਵੱਡੀ ਗੱਲ ਹੈ। ਉਹਨੇ ਕਿਹਾ ਵੀ ਕਿਸੇ ਆਦਮੀ ਨੂੰ ਤੁਸੀਂ ਲੱਕੀ ਨਹੀਂ ਕਹਿ ਸਕਦੇ ਜਿਸ ਆਦਮੀ ਦਾ ਤੁਸੀਂ ਅਖੀਰ ਨਹੀਂ ਦੇਖਿਆ। ਅਖੀਰ ਬਾਦਲ ਸਾਹਿਬ ਦਾ ਕੀ ਹੈ? ਤੜਫਦੇ ਗਏ ਆ, ਰੋਂਦੇ ਗਏ ਆ, ਪਿੱਟਦੇ ਗਏ ਆ, ਸਮਝੇ ਕਿ ਨਹੀਂ? ਕਿਉਂ? ਇੱਕ ਨੌਜਵਾਨ ਮੁੰਡੇ ਤੋਂ 12,000 ਵੋਟਾਂ ਤੇ ਹਾਰ ਗਏ, ਕਲੰਕ ਲਾ ਕੇ ਗਏ ਆਪਣੇ ਆਪ ਦੇ ਉੱਤੇ। ਉਹ ਨੇਚਰ ਦਾ ਜਿਹੜਾ ਜਸਟਿਸ ਆ ਉਹ ਬਹੁਤ ਬੜਾ ਹੈ, ਉਸ ਦੇ ਅੱਗੇ ਕੋਈ ਖੜ ਨਹੀਂ ਸਕਦਾ। ਤੋ ਰੱਬ ਨੂੰ ਮੰਨੋ, ਕਿਸੇ ਗਰੀਬ ਦੀ, ਨਿਹੱਥੇ ਦੀ, ਲੋੜਵੰਦ ਦੀ ਕੋਈ ਲੋੜ ਪੂਰੀ ਕਰੋ, ਉਹਦੀ ਸੇਵਾ ਕਰੋ। ਜਿਹੜਾ ਦੁਖੀ ਆ ਉਸ ਦੇ ਹੱਕ ਦੇ ਵਿੱਚ ਹਾਂ ਦਾ ਨਾਰਾ ਮਾਰੋ। ਤੁਹਾਨੂੰ ਸਰਕਾਰ ਮਿਲੀ ਹੈ, ਸਰਕਾਰ ਨੂੰ ਇਸਤੇਮਾਲ ਫॉर ਦੀ ਬੈਨੀਫਿਟ ਆਫ ਦਾ ਪੀਪਲ ਕਰੋ, ਸਮਝੇ ਕਿ ਨਹੀਂ? ਐਦਾਂ ਨਾ ਕਰੋ ਕਿ ਲੋਕ ਤੜਫਦੇ ਰਹਿਣ, ਉਹਨਾਂ ਦਾ ਹੱਕ ਡਿਨਾਈ ਕੀਤਾ ਜਾਵੇ, ਲੋਕ ਉਹਨਾਂ ਦੀਆਂ ਜ਼ਮੀਨਾਂ ਜਾਇਦਾਦਾਂ ਤੇ ਕਬਜ਼ੇ ਕਰਨ। ਉਹ ਨਹੀਂ ਹੋਣੀ ਚਾਹੀਦੀ ਗੱਲ। ਸੱਚਾਈ ਦੇ ਉੱਤੇ ਪਹਿਰਾ ਦਿਓ। ਗੁਰੂਆਂ ਨੂੰ ਇਸੇ ਕਰਕੇ ਦੇਖੋ, ਗੁਰੂਆਂ ਨੇ ਸੱਚਾਈ ਤੇ ਪਹਿਰਾ ਦਿੱਤਾ। ਗੁਰੂਆਂ ਨੇ ਸੱਚ ਦੇ ਹੱਕ ਵਿੱਚ, ਗਰੀਬ ਦੇ ਹੱਕ ਵਿੱਚ, ਨਿਹੱਥਿਆਂ ਦੇ, ਨਿਓਟਿਆਂ ਦੀ ਓਟ ਦੇ ਉੱਤੇ ਖੜੇ ਹੋਏ ਆ। ਔਰ ਅਰਦਾਸ ਵੀ ਮਹਾਰਾਜ ਨੇ ਇਹੀ ਦਿੱਤੀ ਆ, ਨਿਓਟਿਆਂ ਦੀ ਓਟ ਨਿਆਸਰਾ ਦਾ ਆਸਰਾ। ਖਾਲਸਾ ਜੀ। ਸਭ ਸਮਾਂ ਦਿੱਤਾ, ਬੜੀ ਮਿਹਰਬਾਨੀ। ਮਿਹਰਬਾਨੀ। ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਨੇ ਬਿਲਕੁਲ ਇਹ ਗੱਲ ਸਪਸ਼ਟ ਕਰ ਦਿੱਤੀ ਕਿ ਮਸੰਦ ਜਿਹੜਾ ਸ਼ਬਦ ਕਦੋਂ ਆਇਆ, ਕਿੱਥੋਂ ਆਇਆ ਤੇ ਕਿੱਥੇ ਤੱਕ ਅਜੇ ਵੀ ਚੱਲ ਰਿਹਾ। ਜੇ ਗੱਲ ਸੱਤਾ ਦੇ ਗਲਿਆਰਿਆਂ ਦੀ ਕੀਤੀ ਜਾਵੇ ਤਾਂ ਜੇਕਰ ਸੱਤਾ ਕਿਸੇ ਨੂੰ ਮਾਡਰਨ ਮਸੰਦ ਕਹਿ ਕੇ ਇਸ ਵਕਤ ਲੋਕਾਂ ਦੇ ਵਿੱਚ ਪ੍ਰਚਾਰ ਰਹੀ ਆ
ਤੇ ਮਸੰਦ ਇਸ ਵਕਤ ਜਗਰਾਉਂ ਦੀ ਘਟਨਾ ਨੂੰ ਲੈ ਕੇ ਦੂਸਰੇ ਪਾਸੇ ਵੀ ਉੱਦਾਂ ਦੇ ਹੀ ਨਜ਼ਰ ਆਉਂਦੇ ਨੇ। ਗੱਲ ਸੱਚ ਦੀ, ਗੱਲ ਹੱਕ ਦੀ, ਜੋ ਕਰੇਗਾ ਇਸ ਸਮਾਜ ਉੱਤੇ ਨਾਮ ਇਹਨਾਂ ਦਾ ਮੰਨਣਾ ਕਿ ਉਸ ਦਾ ਹੀ ਰਹੇਗਾ। ਤੁਹਾਨੂੰ ਡਾਕਟਰ ਸਾਹਿਬ ਨਾਲ ਗੱਲਬਾਤ ਕਿਵੇਂ ਦੀ ਲੱਗੀ, ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦੇਣਾ। ਜੁੜੇ ਰਹੋ ਪੰਜਾਬੀ ਨੈਸ਼ਨਲ ਟੀਵੀ ਦੇ ਨਾਲ। ਉਮੀਦ ਤੁਹਾਡੀ, ਕੋਸ਼ਿਸ਼ ਸਾਡੀ।